खालसा जी चैनल नूं सबसक्राइब करन तो बाद ऑल नोटिफिकेशन नूं जरूर ऑन करो ताकि साडी कथा कीर्तन दी हर वीडियो तुहाडे तक पहुंचदी रहे अते वीडियो नूं लाइक करना ना भुलना जी। मेरे शरण तुम्हारी आशा तुम ही सज्जन सोहेले राखो राखन हार दयाला नानक कर के गोले जाप तप संयम धर्म ना कमाया सेवा साधना जानिया हर राया कहो नानक हम नीच कर्मा शरण परे के राखो शर्मा ज्ञान ध्यान किश कर्म न जाना सार न जाना तेरी सब ते वड्डा सतगुरु नानक जिन कल राखे मेरे गावे गुण वर्ण चार खट दर्शन ब्रह्मादक समरंथ गुणा गावे गुण शेष सहस जिह्वा रस आद अंत लिव लाग तुना सज्जन सच्चा पातशाह सिर शाहां दे शाहो जिस पास बैठिया सोईए सबना दा वेसाहो सतनाम श्री वाहिगुरु साहिब जी सोरठ महला पंजवा अंतर की गत तुम ही जानी तुझ ही पाहे नबेरो बख्श लैहु साहिब प्रभ अपने लाख खते कर फेरो अंतर की गत तुम ही जानी तुझ ही पाहे नबेरो बख्श लैहु साहिब प्रभ अपने लाख खते कर फेरो। वाहिगुरु जी का खालसा वाहिगुरु जी की फतेह। गुरु रूप गुरु की साजी नवाजी गुरु स्वरूप गुरु खालसा साध संगत जी ਆਪਾਂ ਜਦੋਂ ਵੀ ਅਰਦਾਸ ਕਰਦੇ ਆ ਤੇ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕਰਦੇ ਮਹਾਰਾਜ ਅਸੀਂ ਤੇਰੇ ਬੱਚੇ ਆ ਸਾਡੇ ਤੇ ਰਹਿਮਤ ਕਰ। ਬੱਚੇ ਨੂੰ ਮੈਨਰ ਨਹੀਂ ਆਉਂਦੇ ਜੀਵਨ ਦਾ ਪੂਰਾ ਢੰਗ ਨਹੀਂ ਤੇ ਸਾਡੇ ਮਾਪੇ ਸਾਨੂੰ ਪੈਰ ਪੈਰ ਤੇ ਸੁਚੇਤ ਕਰਦੇ ਨੇ ਪੁੱਤਰ ਵੱਡਿਆਂ ਨਾਲ ਇਉਂ ਬੋਲੀਦਾ ਵੱਡਿਆਂ ਨਾਲ ਇਉਂ ਗੱਲਬਾਤ ਕਰੀਦੀ ਹੈ। ਇਸੇ ਪ੍ਰਕਾਰ
ਆਪਾਂ ਗੁਰੂ ਦੇ ਬੱਚੇ ਹਾਂ ਤੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਉਸ ਪਰਿਪੂਰਨ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਨ ਦਾ ਢੰਗ ਦੱਸਿਆ। ਅਰਦਾਸ ਗੁਰਮੁਖੋ ਹਰ ਪ੍ਰਾਣੀ ਹਰ ਧਰਮ ਦੇ ਵਿੱਚ ਆਪੋ ਆਪਣੇ ਢੰਗ ਦੇ ਨਾਲ ਕਰਦਾ ਹੈ, ਲੇਕਿਨ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਾਡੇ ਤੇ ਤਰਸ ਕੀਤਾ ਹੈ। ਗੁਰੂ ਕੇ ਸਿੱਖਾ ਉਸ ਪਰਿਪੂਰਨ ਪ੍ਰਮਾਤਮਾ ਦੇ ਅੱਗੇ ਨਿਮਾਣਾ ਹੋ ਕੇ ਅਰਦਾਸ ਕਰਿਆ ਕਰ, ਮਾਫੀ ਦੇਣੀ। ਆਪਾਂ ਅਰਦਾਸ ਕਰਦਿਆਂ ਵੀ ਸਾਡੀ ਅਰਦਾਸ ਵਿੱਚ ਕਈ ਵਾਰ ਸਾਡੇ ਬਚਨ ਹੰਕਤਾ ਦੇ ਹੁੰਦੇ ਨੇ, ਹੰਕਾਰ ਦੇ ਹੁੰਦੇ ਨੇ, ਪਰ ਯਾਦ ਰੱਖਿਆ ਜੇ ਸ਼ਲੋਕਾਂ ਵਿੱਚ ਇੱਕ ਪੰਕਤੀ ਆਉਂਦੀ ਹੈ, ਖਾਲੀ ਚੱਲੇ ਧਣੀ ਸਿਉ ਟਿੱਬੇ ਜੋ ਮਹਾਹੋ। ਖੀਰ ਲਿਆਹੇ ਦੇ ਥੱਲੇ ਔਂਕੜਾ, ਮੀਂਹ ਬੜਾ ਪਿਆ ਲੇਕਿਨ ਉੱਚੇ ਟਿੱਬੇ ਤੇ ਪਾਣੀ ਖਲੋਂਦਾ ਨਹੀਂ। ਮੇਰੀ ਬੇਨਤੀ ਨੂੰ ਸਵੀਕਾਰ ਕਰਨਾ, ਸਾਡੀ ਅਰਦਾਸ ਵਿੱਚ ਨਿਰਮਾਣਤਾ ਚਾਹੀਦੀ, ਹੰਗਤਾ ਨਹੀਂ। ਅਸੀਂ ਤਾਂ ਗੁਰੂ ਅੱਗੇ ਅਹਿਸਾਨ ਕਰਦੇ ਵੀ ਮੈਂ ਇੰਨੇ ਵਜੇ ਰੋਜ਼ਾਨਾ ਗੁਰਦੁਆਰੇ ਆਉਣਾ, ਮੈਂ ਰੋਜ਼ ਗੁਰਦੁਆਰੇ ਆਉਣਾ, ਮੈਂ ਗੁਰੂ ਘਰ ਨੂੰ ਆਹ ਦਿੱਤਾ। ਭਲਿਆ ਦੇਣ ਦੀ ਗੱਲ ਛੱਡ, ਤੂੰ ਇਹ ਦੱਸ ਵੀ ਤੈਨੂੰ ਗੁਰੂ ਨੇ ਕੀ ਨਹੀਂ ਦਿੱਤਾ। ਤੋ ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ। ਜਿਵੇਂ ਹਜ਼ੂਰ ਨੇ ਸਾਨੂੰ ਅਰਦਾਸ ਕਰਨ ਦਾ ਢੰਗ ਤਰੀਕਾ ਦੱਸਿਆ ਤੇ ਨਾਲ ਇਹ ਵੀ ਦੱਸਿਆ ਵੀ ਅਰਦਾਸ ਕਰਨੀ ਕਿਹਦੇ ਅੱਗੇ ਹੈ। ਮੇਰੇ ਅੰਦਰ ਦਰਦ ਹੋਣ ਕਰਕੇ ਮੈਂ ਤਕਰੀਬਨ ਇਹ ਬੇਨਤੀ ਕਰਦਾ ਰਹਿਣਾ, ਅੰਮ੍ਰਿਤਸਰ ਵਿੱਚ ਇੰਨੀਆਂ ਕਬਰਾਂ ਬਣ ਗਈਆਂ ਵੀ ਗਿਣੀਆਂ ਨਹੀਂ ਜਾਂਦੀਆਂ, ਤੇ ਮੈਂ ਹਰ ਥਾਂ ਤੇ ਕਹਿਣਾ ਮਿੱਤਰੋ, ਜੇ ਗੁਰੂ ਰਾਮਦਾਸ ਤੋਂ ਨਹੀਂ ਸਰਿਆ ਤੇ ਇਹਨਾਂ ਕਬਰਾਂ ਤੋਂ ਨਹੀਂ ਜੇ ਸਰਨਾ। ਜੇ ਗੁਰੂ ਰਾਮਦਾਸ ਤੋਂ ਨਹੀਂ ਨਾ ਸਰਿਆ, ਇਹਨਾਂ ਕਬਰਾਂ ਤੋਂ ਨਹੀਂ ਸਰਨਾ, ਤੇ ਮੈਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਇੱਕੋ ਬੇਨਤੀ ਕਰਦਾ, ਪਾਤਸ਼ਾਹ ਇਹ ਸਿਰ ਤੇਰੀ ਅਮਾਨਤ ਹੈ, ਜੇ ਡਿੱਗੇ ਠੱਠੇ ਤੇ ਤੇਰੇ ਚਰਨਾਂ ਵਿੱਚ, ਜੇ ਕਿਸੇ ਹੋਰ ਥਾਂ ਤੇ ਟਿਕਣਾ ਤੇ ਇਹ ਸਿਰ ਦੀ ਲੋੜ ਨਹੀਂ, ਇਹਨੂੰ ਅੱਗ ਲਾ ਕੇ ਹੁਣੇ ਸਾੜਦੀ। ਇਹ ਸਿਰ ਵੀ ਕਿਸੇ ਕੰਮ ਨਹੀਂ। ਇਹ ਮੇਰੇ ਅੰਦਰ ਦਰਦ ਹੈ। ਆਮ ਵੇਖੀਦਾ ਕਿ ਪੱਗਾਂ ਵਾਲੇ ਲੈਣ ਲਾ ਕੇ ਵੀਰਵਾਰ ਖਲੋਤੇ ਹੁੰਦੇ ਨੇ, ਪੱਗਾਂ ਵਾਲੇ, ਤੇ ਆਪਣੀ ਆਦਤ ਤੋਂ ਮਜਬੂਰ ਮੈਂ ਕਹਿੰਦਾ ਨਾ ਵੀ ਜੇ ਤੇਰਾ ਇੱਥੋਂ ਨਹੀਂ ਸਰਿਆ ਤੇ ਤੂੰ ਖੇ ਲੈ ਜੀ, ਖੇ। ਮੈਂ ਪਿੰਡੂ ਹਾਂ ਤੇ ਮੈਥੋਂ ਜਜ਼ਬਾਤੀ ਹੋਣ ਕਰਕੇ ਰਿਹਾ ਨਹੀਂ ਜਾਂਦਾ, ਕੰਟਰੋਲ ਨਹੀਂ ਆਉਂਦਾ, ਆਪਣੇ ਆਪ ਤੇ ਕੰਟਰੋਲ ਨਹੀਂ ਹੁੰਦਾ, ਮੇਰੀ ਕਮਜ਼ੋਰੀ ਹੈ। ਗੁਰੂ ਮੇਰੇ ਤੇ ਕਿਰਪਾ ਕਰਨ। ਤੁਰੋ ਵਿਚਾਰ, ਜਿਵੇਂ ਸਤਿਗੁਰੂ ਪੰਚਮ ਪਾਤਸ਼ਾਹ ਸਾਨੂੰ ਅਰਦਾਸ ਕਰਨ ਦਾ ਢੰਗ ਤਰੀਕਾ ਦੱਸਣਗੇ, ਕਿਹਦੇ ਅੱਗੇ ਅਰਦਾਸ ਕਰਨੀ, ਕਿਵੇਂ ਅਰਦਾਸ ਕਰਨੀ ਹੈ। ਜਿਵੇਂ ਰਹਿਮਤ ਕਰ ਰਹੇ ਨੇ, ਸਰਵਣ ਕਰੋ ਕਿ ਅਸੀਂ ਆਪਣੇ ਆਪ ਨੂੰ ਸੁੱਚਾ ਕਰ ਲਈਏ। ਸੁੱਚਾ ਆਪਾਂ ਝੂਠੇ ਜੇ, ਨਿੰਦਿਆ ਕਰਕੇ, ਚੁਗਲੀ ਕਰਕੇ, ਤੇ ਆਪਾਂ ਪੜ੍ਹਦੇ ਹਾਂ ਭਰਗੇ ਮਤ ਪਾਪਾਂ ਕੇ ਸੰਗ, ਉਹ ਧੁੱਪੈ ਨਾਵੇ ਕੇ ਰੰਗ। ਇਸ ਕਰਕੇ ਅਸੀਂ ਆਪਣੇ ਅੰਤਿਸ਼ ਕਰਨ ਤੇ ਮੂੰਹ ਨੂੰ ਸੁੱਚੀਆਂ ਕਰਨ ਲਈ ਇਕਾਗਰ ਚਿੱਤ ਹੋ ਕੇ ਬੋਲੀਏ ਸਤਨਾਮ ਵਾਹਿਗੁਰੂ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਅੰਤਰ ਕੀ ਗਤ ਤੁਮ ਹੀ ਜਾਨੀ, ਤੁਝ ਹੀ ਪਾਹੇ ਨ ਬੇਰੋ। ਇਹ ਪਰਿਪੂਰਨ ਪ੍ਰਮਾਤਮਾ, ਗਤ ਦਾ ਭਾਵ ਹਾਲਤ, ਗਤ ਦਾ ਭਾਵ ਅਵਸਥਾ। हे ਵਾਹਿਗੁਰੂ, ਮੇਰੇ ਅੰਦਰ ਦੀ ਕੀ ਭਾਵਨਾ, ਮੇਰੇ ਅੰਦਰ ਦੀ ਕੀ ਅਵਸਥਾ, ਮੇਰੇ ਅੰਦਰ ਦੀ ਕੀ ਹਾਲਤ ਹੈ, ਇਹ ਤੂੰ ਭਲੀ ਪ੍ਰਕਾਰ ਜਾਣਦਾ ਹੈ। ਤੇ ਨਾਲ ਹੀ ਬੇਨਤੀ ਕਰਦਿਆਂ
ਤੁਝ ਹੀ ਪਾਹੇ ਨਬੇਰੋ, ਤੇ ਤੇਰੇ ਤੋਂ ਬਿਨਾਂ ਕਿਸੇ ਨੇ ਇਹ ਮਸਲਾ ਹੱਲ ਨਹੀਂ ਕਰਨਾ। ਮੈਂ ਤੇਰੇ ਅੱਗੇ ਬੇਨਤੀ ਕਰਦਾ, ਮੇਰੇ ਅੰਦਰ ਦੀ ਭਾਵਨਾ ਤੇ ਇੱਛਾ ਨੂੰ ਆਪ ਭਲੀ ਪ੍ਰਕਾਰ ਜਾਣਦਾ, ਤੇ ਇਹ ਜਿਹੜੀਆਂ ਮੇਰੀਆਂ ਲੋੜਾਂ ਤੇ ਪਰੇਸ਼ਾਨੀਆਂ ਇਹ ਵੀ ਤੂੰ ਹੀ ਨਿਬੇੜਨੀਆਂ ਨੇ। ਗੁਰਮੁਖੋ, ਗੁਰੂ ਕਿੱਡਾ ਕੁ ਅੰਗ ਸੰਗ ਹੈ। ਮੇਰੀਆਂ ਭੈਣਾਂ ਧੀਆਂ ਬੱਚੀਆਂ ਬੈਠੀਆਂ ਨੇ, ਵਿਸ਼ੇਸ਼ ਕਰਕੇ ਮੇਰੀ ਬੇਨਤੀ ਵੱਲ ਧਿਆਨ ਦੇਣ। ਇਤਿਹਾਸਕ ਘਟਨਾ ਆਗਰੇ ਦੇ ਵਿੱਚ ਇੱਕ ਗੁਰਸਿੱਖ ਪਰਿਵਾਰ ਦੀ ਬੀਬੀ ਅਨਮਤੀਆਂ ਦੇ ਘਰ ਵਿਆਹੀ ਗਈ। ਨਾਲ ਮੈਂ ਬੇਨਤੀ ਕਰਦਿਆਂ ਵੀ ਇਹ ਇਤਿਹਾਸਕ ਘਟਨਾ ਦਰਜ ਹੈ। ਹੁਣ ਜਿਹੜੀ ਸਿੱਖਾਂ ਦੀ ਧੀ ਹੈ ਉਹ ਬਾਣੀ ਤੋਂ ਬਿਨਾਂ ਨਹੀਂ ਜੇ ਰਹਿ ਸਕਦੀ, ਤੇ ਮੁਆਫੀ ਦੇਣੀ ਜੇ ਬਾਣੀ ਤੋਂ ਬਿਨਾਂ ਤੇ ਫਿਰ ਸਿੱਖਾਂ ਦੀ ਧੀ ਵੀ ਨਹੀਂ ਹੋਣੀ। ਜੇ ਸਿੱਖਾਂ ਦੀ ਧੀ ਹੋਵੇਗੀ ਨਾ ਤੇ ਬਾਣੀ ਨਾਲ ਪ੍ਰੇਮ ਹੋਵੇਗਾ, ਜੇ ਬਾਣੀ ਨਾਲ ਪ੍ਰੇਮ ਨਹੀਂ ਤੇ ਜਾਪਦਾ ਵੀ ਉਹ ਸਿੱਖਾਂ ਦੀ ਧੀ ਨਹੀਂ। ਕਿਉਂ? ਗੁਰੂ ਰਾਮਦਾਸ ਪਾਤਸ਼ਾਹ ਦੇ ਬਚਨ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਇਹ ਮੇਰੇ ਨਹੀਂ, ਗੁਰੂ ਰਾਮਦਾਸ ਪਾਤਸ਼ਾਹ ਦੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭੜਕ ਉਠ ਹਰ ਨਾਮ ਧਿਆਵੈ, ਉਦਮ ਕਰੇ ਭੜਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਭਾਵੇਂ ਉਹ ਮਾਈ ਹੈ, ਭਾਵੇਂ ਉਹ ਭਾਈ ਹੈ, ਦਿਨ ਚੜ੍ਹਿਆ ਬਾਣੀ ਪੜ੍ਹੀ। ਆਮ ਕਰਕੇ ਮੈਂ ਤਕਰੀਬਨ ਜਿੱਦਣ ਵੀ ਡਿਊਟੀ ਹੁੰਦੀ ਮੈਂ ਗੱਲ ਕਰਦਾ ਰਹਿਣਾ, ਗਿਆਨੀ ਜੀ ਦੁਪਹਿਰੇ ਬਾਣੀ ਪੜ੍ਹ ਲਈਏ। ਦੇਖੋ ਸਾਡਾ ਬਹਾਨਾ, ਜੇ ਦੁਪਹਿਰੇ ਤੂੰ ਸਵਾਸ ਲੈਣਾ ਤੇ ਦੁਪਹਿਰੇ ਬਾਣੀ ਕਿਉਂ ਨਹੀਂ ਪੜ੍ਹ ਸਕਦਾ? ਜੇ ਤੂੰ ਦੁਪਹਿਰੇ ਰੋਟੀ ਖਾਣ ਨੂੰ ਤਿਆਰ ਹੈ ਤੇ ਗੁਰਬਾਣੀ ਦੁਪਹਿਰੇ ਕਿਉਂ ਨਹੀਂ ਪੜ੍ਹ ਸਕਦਾ? ਜੇ ਦੁਪਹਿਰੇ ਪਾਣੀ ਪੀਣ ਨੂੰ ਤਿਆਰ ਹੈ ਤੇ ਗੁਰਬਾਣੀ ਕਿਉਂ ਨਹੀਂ ਪੜ੍ਹ ਸਕਦਾ? ਇੱਕ ਮੈਂ ਆਪਣੇ ਜ਼ਿੰਦਗੀ ਦੇ ਅਨੁਭਵ ਚੋਂ ਜੋ ਸਿੱਖਿਆ, ਹੋ ਸਕਦਾ ਮੈਂ ਗਲਤ ਹੋਵਾਂ, ਪਹਿਲਾਂ ਮੁਆਫੀ ਮੰਗ ਲਾਂ। ਅਸੀਂ ਸਰੀਰ ਦੀ ਕਿਰਿਆ ਸੋਧਦੇ ਹਾਂ ਨਾ, ਉਦੋਂ ਵੀ ਮਨ ਦੀ ਇਕਾਗਰਤਾ ਪ੍ਰਮਾਤਮਾ ਨਾਲ ਜੋੜਿਆ ਕਰੋ, ਪਤਾ ਨਹੀਂ ਉੱਥੇ ਜਾਨ ਨਿਕਲ ਜਾਏ, ਕਿਉਂਕਿ ਸਾਡੇ ਸਵਾਸ ਸਾਡੇ ਵੱਸ ਵਿੱਚ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ, ਅੰਤ ਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਬਦਤ ਲੋਚਨ ਤੇ ਨਰ ਮੁਕਤਾ, ਪਿਤੰਬਰ ਬਾਗ ਹਿਰਦੇ ਵਸੇ। ਹੋ ਸਕਦਾ ਸਾਡਾ ਅਖੀਰਲਾ ਸਵਾਸ ਹੋਵੇ, ਤੇ ਜੇ ਅਖੀਰਲਾ ਸਵਾਸ ਪ੍ਰਮਾਤਮਾ ਨੂੰ ਚੇਤੇ ਕਰਦਾ ਤੇ ਪ੍ਰਮਾਤਮਾ ਤੱਕ ਲੈ ਜਾਏਗਾ। ਸਿੱਖਾਂ ਦੀ ਧੀ ਬਾਣੀ ਪੜ੍ਹਦੀ ਹੈ, ਪਰਿਵਾਰ ਨੂੰ ਚੰਗਾ ਨਹੀਂ ਲੱਗਦਾ, ਪਰ ਉਹਦੀ ਖੁਰਾਕ ਹੈ। ਜਿਵੇਂ ਗੁਰਮੁਖੋ ਤਨ ਦੀ ਖੁਰਾਕ ਹੈ ਨਾ, ਇਸੇ ਤਰ੍ਹਾਂ ਸਾਡੇ ਵਡੇਰਿਆਂ ਨੇ ਮਨ ਦੀ ਖੁਰਾਕ ਦਾ ਜ਼ਿਕਰ ਵੀ ਕੀਤਾ ਹੈ। ਥੋੜਾ ਜਿਹਾ ਮੈਂ ਖੁਰਾਕ ਦਾ ਵੇਰਵਾ ਦੱਸਾਂ, ਤੁਹਾਡੇ ਨਾਲ ਸਾਂਝਾ ਕਰਾਂ। ਉਹ ਵਿਦਵਾਨ ਲਿਖਦੇ ਨੇ, ਤੋਏ ਬਿਨ ਤਾਲ ਜੈਸੇ, ਰੂਪ ਬਿਨ ਬਾਪ ਜੈਸੇ, ਭਾਗ ਬਿਨ ਭਾਲ ਜੈਸੇ, ਰਹਿਣ ਬਿਨ ਚੰਦ ਦੇ। ਇਹਦਾ ਅਰਥ, ਤਾਲ ਪਾਣੀ ਤੋਂ ਬਿਨਾਂ ਕਿਸੇ ਕੰਮ ਨਹੀਂ। ਜੇ ਪਾਣੀ ਹੈ ਤੇ ਤਾਲ ਹੈ। ਜਿਵੇਂ ਸਮਾਜ ਦੇ ਮੁਤਾਬਕ ਔਰਤ ਵਾਸਤੇ ਸੁੰਦਰਤਾ ਗਹਿਣਾ ਹੈ, ਇਸੇ ਤਰ੍ਹਾਂ ਗੁਰਮੁਖਾ ਮੱਥਾ ਵੀ ਤਾਂ ਚੰਗਾ ਹੈ ਜੇ ਮੱਥੇ ਦੇ ਕਰਮ ਚੰਗੇ ਲਿਖੇ ਹੋਣ। ਤੇ ਅੱਗੇ ਜਾ ਕੇ ਉਹ ਗੁਰਮੁਖ ਪਿਆਰੇ ਲਿਖਦੇ ਨੇ, ਤੋਏ ਬਿਨ ਤਾਲ ਜੈਸੇ, ਰੂਪ ਬਿਨ ਬਾਪ ਜੈਸੇ, ਭਾਗ ਬਿਨ ਭਾਲ ਜੈਸੇ, ਰਹਿਣ ਬਿਨ ਚੰਦ ਦੇ। ਤੇ ਰਾਤ ਵੀ ਚੰਦਰਮਾ ਕਰਕੇ ਸੋਹਣੀ ਲੱਗਦੀ ਹੈ। ਜਿੱਦਣ ਪੁੰਨਿਆਂ ਦੀ ਰਾਤ ਹੋਵੇ ਨਾ, ਤੁਸੀਂ ਬਾਹਰ ਨਿਕਲ ਕੇ ਵੇਖਣਾ, ਮਨ ਨੂੰ ਸਕੂਨ ਆਉਂਦਾ ਆਟੋਮੈਟਿਕਲੀ। ਦੀਪ ਬਿਨ ਧਾਮ ਜੈਸੇ, ਰੂਪ ਬਿਨ ਬਾਮ ਜੈਸੇ,
ਕਾਜ ਬਿਨ ਦਾਮ ਜੈਸੇ ਬਾਣੀ ਬਿਨਾ ਛੰਦ ਦੇ। ਇਹਦਾ ਅਰਥ ਇਹ ਹੈ, ਜਿਵੇਂ ਦੀਵੇ ਤੋਂ ਬਿਨਾ ਘਰ ਨਹੀਂ ਚੰਗਾ ਲੱਗਦਾ। ਅੱਗੇ ਸਾਡੇ ਸਮਾਜ 'ਚ ਰਵਾਇਤ ਹੁੰਦੀ ਸੀ, ਜਿਨ੍ਹਾਂ ਦੇ ਘਰ ਕੋਈ ਮਾੜੀ ਘਟਨਾ ਵਾਪਰ ਜਾਣੀ ਨਾ, ਕਹਿੰਦੇ ਸੀ ਉਹਨਾਂ ਦੇ ਘਰ ਅੱਜ ਦੀਵਾ ਨਹੀਂ ਜਗਿਆ, ਉਹਨਾਂ ਦੇ ਘਰ ਅੱਜ ਅੱਗ ਨਹੀਂ ਬਲੀ, ਅੱਗ। ਤੇ ਹੁਣ ਤਾਂ ਸਾਡੀਆਂ ਬੀਬੀਆਂ ਕਹਿੰਦੀਆਂ ਵੀ ਆਪਾਂ ਵਰਤ ਰੱਖਣਾ, ਨਾ ਅਸੀਂ ਕਿਸੇ ਨੂੰ ਆਪ ਖਾਈਏ ਤੇ ਨਾ ਕਿਸੇ ਨੂੰ ਖਵਾਈਏ। ਹੁਣ ਸਾਡੀਆਂ ਬੀਬੀਆਂ ਕਹਿੰਦੀਆਂ ਵੀ ਛੁੱਟੀ ਕਰਨੀ ਹੈ, ਅੱਜ ਪੁੰਨਿਆਂ ਦਾ ਵਰਤ। ਮੈਂ ਬੜਾ ਹੈਰਾਨ ਆ ਕਿ ਸਾਡੇ ਧਰਮ ਵਿੱਚ ਵੀ ਵਰਤੀ ਗੱਲ, ਵਰਤ ਰੱਖਣਾ ਚਾਹੀਦਾ, ਕੰਨਾਂ ਦਾ ਵਰਤ, ਵਰਤ ਰੱਖਣਾ ਚਾਹੀਦਾ ਅੱਖਾਂ ਦਾ ਵਰਤ, ਵਰਤ ਰੱਖਣਾ ਚਾਹੀਦਾ ਜ਼ੁਬਾਨ ਦਾ ਵਰਤ, ਕੰਨਾਂ ਦੇ ਨਾਲ ਕਿਸੇ ਦੀ ਨਿੰਦਿਆ ਨਾ ਸੁਣੀਏ, ਅੱਖਾਂ ਨਾਲ ਕਿਸੇ ਨੂੰ ਮੈਲੀ ਭਾਵਨਾ ਨਾਲ ਤੱਕੀਏ ਨਾ, ਜ਼ੁਬਾਨ ਦੇ ਨਾਲ ਕਿਸੇ ਨੂੰ ਗਲਤ ਲਫ਼ਜ਼ ਨਾ ਕਹੀਏ। ਵਰਤ ਉਹ ਰੱਖਣਾ ਤੇ ਅਸਾਂ ਰੱਖ ਲਿਆ ਵੀ ਰੋਟੀ ਨਹੀਂ ਖਾਣੀ, ਰੋਟੀ ਦਾ ਕੀ ਗੁਨਾਹ ਹੈ? ਜਿਹੜਾ ਸ਼ਬਦ ਲੜੀਵਾਰ ਆਉਣਾ ਉਹਦੇ 'ਚ ਬਾਬਾ ਕਬੀਰ ਨੇ ਨਿਰਣਾ ਕਰਨਾ, ਆਪਾਂ ਕਰਾਂਗੇ, ਗੁਰੂ ਕਿਰਪਾ ਕਰੇ। ਇਸੇ ਪ੍ਰਕਾਰ ਕਹਿੰਦੇ ਜਿਵੇਂ ਦੀਵੇ ਤੋਂ ਬਿਨਾਂ ਘਰ ਚੰਗਾ ਨਹੀਂ ਲੱਗਦਾ, ਔਰਤ ਦੀ ਸੋਭਾ ਉਹਦੇ ਰੂਪ ਕਰਕੇ ਹੈ। ਤੇ ਬੰਦੇ ਕੋਲ ਪੈਸੇ ਨਾ ਹੋਣ ਤੇ ਬੰਦੇ ਨੂੰ ਵੀ ਕੋਈ ਨਹੀਂ ਪੁੱਛਦਾ। ਤਗੜਾ ਬੰਦਾ ਮਾਇਆ ਧਾਰੀ ਹੋਵੇ ਤੇ ਸਾਰੇ ਪਿੰਡ ਦਾ ਫੁੱਫੜ, ਸਾਰੇ ਪਿੰਡ ਦਾ ਫੁੱਫੜ। ਤੇ ਜਿਹੜਾ ਮਾੜਾ ਸਾਡਾ ਮਾਮਾ ਨਾ, ਸਾਡੀ ਮਾਂ ਦਾ ਭਰਾ, ਅਸੀਂ ਗਰੀਬ ਮਾਮੇ ਨੂੰ ਵੀ ਮਾਮਾ ਕਹਿ ਕੇ ਰਾਜੀ ਨਹੀਂ। ਇਹ ਵਿਦਵਾਨ ਕਹਿੰਦੇ ਨੇ ਵੀ ਜਿਵੇਂ ਪੈਸੇ ਤੋਂ ਬਿਨਾਂ ਗੱਲ ਨਹੀਂ ਨਾ ਬਣਦੀ, ਬਾਣੀ ਬਿਨ ਛੰਦ ਦੇ, ਇਸੇ ਪ੍ਰਕਾਰ ਤੇਰੀ ਬਾਣੀ 'ਚ ਕੋਈ ਤੋਲ ਤਰੀਕਾ ਚਾਹੀਦਾ ਹੈ। ਫੂਲ ਬਿਨ ਬਾਸ ਦੇ, ਵਪਾਰੀ ਬਿਨ ਰਾਸ ਦੇ। ਫੁੱਲ ਵੀ ਤਾਂ ਕੀਮਤ ਹੈ ਜੇ ਸੁਗੰਧੀ ਹੋਵੇ ਤੇ। ਵਪਾਰੀ ਕੋਲ ਪੈਸੇ ਨਾ ਹੋਣ ਤੇ ਵਪਾਰੀ ਕਿਸੇ ਕੰਮ ਦਾ ਨਹੀਂ। ਫੂਲ ਬਿਨ ਬਾਸ ਦੇ, ਵਪਾਰੀ ਬਿਨ ਰਾਸ ਦੇ, ਸਰੀਰ ਬਿਨ ਸਾਸ ਦੇ, ਸ਼ਮੀਰ ਬਿਨ ਗੰਧ ਦੇ। ਤੇ ਸਾਡੇ ਸਰੀਰ ਦੀ ਵੀ ਓਨਾ ਚਿਰ ਕਦਰ ਹੈ ਜਿੰਨਾ ਚਿਰ ਸਵਾਦ ਚੱਲਦੇ ਨੇ। ਜਦੋਂ ਪ੍ਰਾਣ ਨਿਕਲ ਗਏ ਤੇ ਕਹਿਣਾ ਇਹਨੂੰ ਟਾਈਮ ਨਾਲ ਬਾਹਰ ਕੱਢੋ, ਟਾਈਮ ਨਾਲ। ਜਿਹੜੀ ਕੋਠੀ ਦੀਆਂ ਬੜੀਆਂ ਡੂੰਘੀਆਂ ਨੀਆਂ ਪਟਾਉਣੇ ਆ ਨਾ, ਉਸ ਕੋਠੀ ਦੇ ਵਿੱਚੋਂ ਪੁੱਤ ਭਰਾ ਪੋਤਰੇ ਕਹਿੰਦੇ ਨੇ ਟਾਈਮ ਨਾਲ ਬਾਪੂ ਨੂੰ ਬਾਹਰ ਕੱਢੋ। ਮੈਂ ਇੱਕ ਥਾਂ ਤੇ ਇੱਥੇ ਸ਼ਹਿਰ ਵਿੱਚ ਮੇਰੇ ਪ੍ਰੇਮੀ ਸੱਜਣ ਸਨ, ਉਹਨਾਂ ਦੇ ਘਰ ਗਿਆ, ਮੌਤ ਹੋ ਗਈ ਕਿਸੇ ਗੁਰਮੁਖ ਦੀ। ਇੱਕ ਬੰਦੇ ਨੂੰ ਡੀਕਣ ਮੈਂ ਇਹ ਗੱਲ ਤਾਂ ਕਰਨ ਲੱਗਾ ਵੀ ਸਾਡੀ ਹਲਗਾ ਡਰਾਮਾ ਹੋ ਗਿਆ, ਵਿਖਾਵਾ ਆ ਗਿਆ, ਵਿੱਚ ਕੱਖ ਨਹੀਂ। ਇੱਕ ਯਾਦ ਰੱਖਿਆ, ਜੇ ਮੇਰੀਆਂ ਬੀਬੀਆਂ ਭੈਣਾਂ ਬੈਠੀਆਂ ਨੇ, ਆ ਵੈਣ ਪਹੁੰਚੀਆਂ ਨਾ ਸਵਾਰ ਕੇ, ਤੇ ਜਿਨ੍ਹਾਂ ਦਾ ਮਰਿਆ ਹੋਵੇ ਉਹਦੇ ਤਰੀਕੇ ਨਾਲ ਵੈਣ ਨਹੀਂ ਜੇ ਪੈਂਦੇ। ਆ ਗਿਣ ਕੇ ਬੀਬੀਆਂ ਗੱਲਾਂ ਕਰਨਗੀਆਂ ਵੀ ਤਖਤਾਂ ਦਾ ਮਾਲਕ, ਬੂਹੇ ਦੀ ਡਿਉੜੀ ਦਾ ਜੰਦਰਾ। ਇਹ ਕੌਣ ਕਹਿੰਦਾ ਜਿਹਦੇ ਅੰਦਰ ਦਰਦ ਨਹੀਂ, ਤੇ ਜਿਹਦੇ ਅੰਦਰ ਦਰਦ ਉਹਨੂੰ ਰੋਣ ਦੀ ਜਾਚ ਨਹੀਂ ਜਿਉਂਦੀ। ਮੇਰੀ ਗੱਲ ਪੱਲੇ ਬੰਨਿਆ ਜੇ, ਉਹਨੂੰ ਤਰਜਾਂ ਨਹੀਂ ਆਉਂਦੀਆਂ। ਬੰਦਾ ਆਇਆ, ਉਹਨੇ ਇੱਕਦਮ ਆਣ ਕੇ ਉਹਦੇ ਕੋਲ ਆ ਕੇ ਉਹਦਾ ਨਾਂ ਲਿਆ, ਜਿਹੜਾ ਕੱਚਾ ਨਾਂ ਸੀ, ਨਿਕਨੇਮ ਜਿਹਨੂੰ ਆਪਾਂ ਕਹਿੰਦੇ ਆ, ਤੇ ਕਹਿੰਦਾ ਵੇਹਦੇ ਕੀ ਜੇ, ਪਾਣੀ ਪਾਓ। ਹੱਥ ਪਾਇਆ ਤੇ ਉਹਦਾ ਕੁੜਤਾ ਪਾੜ ਕੇ ਗੁਰਮੁਖੋ 5 ਮਿੰਟਾਂ ਵਿੱਚ ਰੈਡੀ ਕਰਕੇ ਤੇ ਉਹਨੂੰ ਬੜੀਆਂ ਨੂੰ ਤੋਰਤਾ। ਇਹ ਮੇਰੇ ਅੱਖੀਂ ਵੇਖਣ ਦੀ ਗੱਲ ਜੇ। ਤੇ ਮੇਰੇ ਅੰਦਰ ਮੈਨੂੰ ਮਹਿਸੂਸ ਹੋਇਆ ਵੀ ਵੇਖੋ, ਅਸੀਂ ਮੌਤ ਤੇ ਵੀ ਡਰਾਮਾ ਕਰਨ ਲੱਗ ਪਏ, ਮੌਤ ਤੇ ਡਰਾਮਾ। ਗੁਰੂ ਸਾਡੇ ਤੇ ਮਿਹਰ ਕਰੇ। ਉਹ ਗੁਰਮੁਖ ਪਿਆਰੇ ਕਹਿੰਦੇ ਨੇ, ਵਪਾਰੀ ਬਿਨ ਰਾਸ ਦੇ, ਸਰੀਰ ਬਿਨ ਸਾਸ ਦੇ, ਸ਼ਮੀਰ ਬਿਨ ਗੰਧ ਦੇ। ਜਿਵੇਂ ਸਵਾਸਾਂ ਤੋਂ ਬਿਨਾਂ ਸਰੀਰ ਕਿਸੇ ਕੰਮ ਨਹੀਂ। ਹੁਣ ਤਾਂ ਗੁਰਮੁਖੋ ਆਪਾਂ ਨੂੰ ਕਹਿਣ ਤੇ ਧੋਣ ਦੀਆਂ ਲੋੜ ਹੀ ਨਹੀਂ। ਅਸੀਂ ਟੀਵੀ ਤੇ ਵੇਖਦੇ ਹਾਂ 2-2 ਹਜ਼ਾਰ ਬੰਦਾ ਰੁੜ ਰਿਹਾ ਹੈ। ਉਹਨਾਂ ਨੂੰ ਕਿਸੇ ਨੂੰ ਦਬਾਉਣ ਦਾ ਟਾਈਮ ਵੀ ਨਹੀਂ ਤੇ ਕਿਸੇ ਨੂੰ ਸਤਿਕਾਰ ਕਰਨ ਦਾ ਵੀ ਟਾਈਮ ਨਹੀਂ। ਇੰਨੀ ਬਕਦਰੀ ਹੋ ਗਈ ਬੰਦੇ ਦੀ। ਤੇ ਕਈ ਬੰਦੇ ਕਹਿੰਦੇ, ਗਿਆਨੀ ਜੀ ਤੁਸੀਂ ਸਾਰਾ ਦਿਨ ਖਪਦੇ ਹੋ ਤੇ ਰੱਬ ਵੇਖਿਆ,
सानू बड़े बन सुहाने मिलते हैं। मैं क्या भी गुरमुखा जी की कसर है, जिन्हें मूँह ते छक्का चाढ़िया ना मैं उन्होंने कहती रब। कहता जी मैं समझिया नहीं। मैं क्या भावें आप बंदे, मैं क्या मैं जमींदार का पोता ते असीं पिंड हुंदे सां, साडे बजुर्गां ने डंगरां नूं छिक्का चाढ़ना भी किसी की पैड़ी चों पट्ठे ना खा जाण छिक्का। हुण असीं चंगे भले बंदे आ ते जे घरों निकल भी जाइए ना ते पिछों परिवार दे मैंबर पुत धी नूं कहंदा बापू जी मास्क लै जाओ। ये रब जे सानू बंदियां नूं छिक्के चाढ़ते उहने। इसे प्रकार कहंदे भी जिवें शरीर सवासां तो बिना किसी काम नहीं, जिहड़ी हवा है ये सगंधी तो बिना किसी काम नहीं। ते सारी गल तो बाद उस गुरमुख ने रिजल्ट कढ़िया गोबिंद भजन बिन जिहड़ा मनुख शरीर है ना ये भी किसी काम नहीं। जिवें पुत तो बिना बंदियां दी पीढ़ी नहीं ना चलती, इसे प्रकार गुरमुखा जे मनुख है ना ते अपने तन नूं सफला कर लई ओदी इबादत कर। ਜਿਹੜੀ ਉਹ ਬੀਬੀ ਸੀ ਆਗਰੇ ਵਾਲੀ, ਉਹਨੂੰ ਉਹਦੀ ਸੱਸ ਜਿਹੜੇ ਪਰਿਵਾਰ ਦੇ ਮੈਂਬਰ ਨੇ ਰੱਬ ਦਾ ਨਾਂ ਨਹੀਂ ਲੈਣ ਦਿੰਦੇ। ਪੰਕਤੀ ਪੜੀ ਭਾਈ ਸਾਹਿਬ ਨੇ, ਅੰਤਰ ਕੀ ਗਤ ਤੁਮ ਹੀ ਜਾਨੀ ਤੁਝ ਹੀ ਪਾਏ ਨਬੇਰੋ। ਤੂੰ ਮੇਰੀ ਅੰਦਰ ਦੀ ਅਵਸਥਾ ਨੂੰ ਜਾਣਦਾ ਤੇ ਸਾਰੇ ਨਿਰਣੇ ਨਵੇੜੇ ਤੂੰ ਕਰਨੇ ਨੇ। ਬੀਬੀ ਦੇ ਅੰਦਰ ਬਰਾਗ ਆਇਆ। उस बच्ची ने, साड़ी भैन ने, साड़ी वडेरी ने पंक्तियां पढ़िया, हों रह ना सका बिन देखे मेरे प्रीतमा, मैं नीर वह वह चले जियो। उस बीबी ने कोठे की छत के उपर मंजे खड़े करके ते नहाउण दा एक तरीका लभ्या। वो बीबी ने एक तम कां किया भी उस मंजिया नूं डाह के ते नहाउंदियां 4 मिनट बाणी पढ़ी जाए। एक लफ्ज मैं बार बार रिपीट करने भी कई बार टाइम पास कर लिए असीं अपने कोलों दृष्टांत करते हैं। ये दृष्टांत नहीं, ये इतिहास है भी गुरु साडे किड्डे अंग संग है। बीबी का मन जज्बाती हो गया, कहने लगी महाराज जे दर्शन नहीं देने, अपने नाल जोड़ना नहीं तो मैनू प्राण नहीं चाहिए, मेरी जान कढ़ ला। उस मौके गुरु हरगोबिंद सच्चे पातशाह महाराज आगरे सन। इतिहास के पन्ने पढ़ो, घोड़े ते चढ़े, जिवें अपने पुराने शहर दीयां गलियां तंग ने, तंग गली विच घर से आवाज मार के आख्या धीए थोड़ा जा कपड़े पा के थले झाक, मैं थले खलोता ते बच गए, थले आ जा। ये गुरु हरगोबिंद सच्चे पातशाह के समय की घटना है। मेरे पातशाह कहते थे मैं तैथों दूर नहीं, अपने शरीर ते पर्दा करते ढक, थले आ बचिए, मैं तेरी इंतजार करता हाँ। और गुरु हरगोबिंद सच्चे पातशाह ने उस मुच्चे परिवार नूं अपनी रहमत नाल नवाजिया। इसे प्रकार असीं परिपूर्ण परमात्मा की अरदास करिए, वाहिगुरू तू मेरी अवस्था नूं जानदा है ते ये नवेड़े तू ही करने ने, पर एक कृपा करी विशेष करके बख्श लहु साहिब प्रभ अपने। एको एक मंग मंगया करो, मेरे बालका मैनू बख्श दे। आपां पाठां की गिणती करदे माड़ी नहीं, पर यह गल चेते रखिया जे लेखे कदे ना छूटिए, खिन खिन भूलनार। पाठां की गिणती कर ली, गनाह की गिणती कौन करेगा। साडे गनाहां ते पापां दा पल्ला भारी जे। इसे करके हरमंदर साहब की मर्यादा भी जदों भी साडे सत्कारयोग सिंह साहब हरमंदर साहब के ग्रंथी जी हुक्मनामा लेंदे ने ना, ते हर टाइम ते पढ़ते ने, हम अवगण भरे एक गुण नाही, बख्श लिहो सहब प्रभ अपने ही। वाहिगुरू तैनू अपना जान करके बेनती की, साडे गुनाह ना वेखी, साडे ऐबां ते पापां नू ना वेखी। लाख खते कर फेरो। खते दा भाव हुंदा गलती करनी,
ਪਾਤਸ਼ਾਹ ਸਾਡਾ ਜਿਵੇਂ ਸੁਭਾਅ, ਆਪਾਂ ਕਈ ਵਾਰਾਂ ਗਲਤੀ ਦੀ ਮੁਆਫੀ ਮੰਗ ਕੇ ਤੇ ਫੇਰ ਗਲਤੀ ਕਰ ਦਿੰਦੇ ਆ। ਅਸੀਂ ਗਲਤੀ ਕੀਤੀ, ਸਾਨੂੰ ਘੇਰ ਲਿਆ ਤੇ ਅਸੀਂ ਕਹਿੰਦੇ ਜੀ ਸਾਨੂੰ ਮਾਫੀ ਦੇ ਦਿਓ। ਉਹਨਾਂ ਮਾਫੀ ਦੇ ਦਿੱਤੀ ਤੇ ਮੁੜ ਕੇ ਫੇਰ ਉੱਥੇ ਦੇ ਉੱਥੇ। ਉਹ ਇਸ ਪੰਕਤੀ ਦੇ ਅਰਥ ਨੇ, ਲਾ ਖਤੇ ਤੋਂ ਭਾਵ ਗਲਤੀਆਂ, ਲਾ ਖਤੇ ਕਰ ਫੇਰੋ, ਫੇਰੋ ਤੋਂ ਭਾਵ ਅਸੀਂ ਵਾਰ-ਵਾਰ ਉਹ ਗਲਤੀਆਂ ਕਰਦੇ ਹਾਂ। ਸਾਡਾ ਸੁਭਾਅ ਹੈ, ਅਸੀਂ ਵਾਰ-ਵਾਰ ਗਲਤੀਆਂ ਕਰਦੇ ਹਾਂ ਤੇ ਸਾਨੂੰ ਬਖਸ਼ ਲਈ। ਪ੍ਰਭ ਜੀ ਤੂੰ ਮੇਰੋ ਠਾਕੁਰ ਨੇਰੋ। ਇਹ ਵਾਹਿਗੁਰੂ, ਮੈਂ ਤੇਰੇ ਅੱਗੇ ਤਾਂ ਬੇਨਤੀ ਕੀਤੀ ਹੈ ਵੀ ਇੱਕ ਤਾਂ ਸਾਰੇ ਮਹਿਕਮੇ ਤੇਰੇ ਕੋਲ ਨੇ, ਇੱਕ ਤੂੰ ਲਾਗੇ ਹੈ। ਮਹਿਕਮੇ ਤੁਸੀਂ ਕਹੋ ਗਿਆਨੀ ਜੀ ਮਹਿਕਮੇ ਕੀ ਹੋਏ? ਗੁਰਮੁਖੋ ਜਿਹੜਾ ਓਮ ਸ਼ਬਦ ਹੈ ਨਾ, ਜਾਂ ਓੰਕਾਰ, ਇਹਦਾ ਅਰਥ ਹੁੰਦਾ ਬ੍ਰਹਮਾ ਵਿਸ਼ਨੂੰ ਤੇ ਮਹੇਸ਼। ਜਿਹਨੂੰ ਆਪਾਂ ਜਪਜੀ ਦੀ ਪਾਵਨ ਬਾਣੀ ਚ ਪੜ੍ਹਦੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਭੰਡਾਰੀ ਤੋਂ ਭਾਵ ਵਿਸ਼ਨੂੰ ਰੋਟੀ ਅੰਨ ਦੇਣ ਵਾਲਾ, ਰੋਜੀ ਦੇਣ ਵਾਲਾ। ਇਸੇ ਪ੍ਰਕਾਰ ਪੈਦਾ ਕਰਨ ਵਾਲਾ ਬ੍ਰਹਮਾ। ਲਾਏ ਦੀ ਬਾਣ ਤੋਂ ਭਾਵ ਹੈ ਸ਼ਿਵ ਜੀ। ਪਰ ਗੁਰਦੇਵ ਨੇ ਸਾਨੂੰ ਸਾਵਧਾਨ ਕਰਕੇ ਆਖਿਆ, ਜਿਹਨੂੰ ਪੰਜਾਬੀ ਦੀ ਵਿਆਕਰਨ ਚ ਕਹਿੰਦੇ ਨੇ ਅੰਨੇ ਪੁਰਖ, ਐੜੇ ਤੇ ਟਿੱਪੀ, ਨੰਨਾ ਤੇ ਯਈਆ। ਅੰਗਰੇਜ਼ੀ ਦੀ ਗ੍ਰਾਮਰ ਦੇ ਮੁਤਾਬਕ ਇਹਨੂੰ ਕਹਿੰਦੇ ਥਰਡ ਪਰਸਨ। ਸਤਿਗੁਰੂ ਪਾਤਸ਼ਾਹ ਉਸ ਨਿਯਮ ਦੇ ਮੁਤਾਬਕ ਕਹਿੰਦੇ, ਗੁਰਮੁਖੋ ਜਿਵ ਤਿਸ ਭਾਵੇ ਤਿਵੇਂ ਚਲਾਵੇ। ਜਿਵੇਂ ਅੰਨੇ ਪੁਰਖ ਨੂੰ ਭਾਉਂਦਾ ਉਸ ਇੱਕ ਨੂੰ, ਉਹ ਤਿੰਨੇ ਉਹਦੀ ਆਗਿਆ ਦੇ ਮੁਤਾਬਕ ਚੱਲਦੇ। ਇਹਨਾਂ ਦੀ ਆਪਣੀ ਨਹੀਂ ਚੱਲਦੀ, ਨਾ ਬ੍ਰਹਮਾ ਦੀ ਚੱਲੇ, ਨਾ ਵਿਸ਼ਨੂੰ ਦੀ ਚੱਲੇ, ਤੇ ਨਾ ਸ਼ਿਵ ਜੀ ਦੀ ਚੱਲੇ। ਇਹ ਚੱਲਣ ਜੋਗਾ ਹੁੰਦਾ ਨਾ। ਮੈਂ ਕੰਨ ਫੜ ਕੇ ਕਹਿਣਾ, ਆਪਣੀ ਧੀ ਤੇ ਨਾਂ ਡੋਲਦਾ। ਕਿੱਡਾ ਬੰਦਾ ਮਾੜਾ ਹੋਵੇ ਜਿਹਨੂੰ ਧੀਏ ਕਹਿ ਦਈਏ ਨਾ ਭੈਣ ਜੀ, ਇੱਕਦਮ ਮਨ ਗੁਰਮੁਖੋਂ ਪਾਕ ਹੋ ਜਾਂਦਾ ਜੀ। ਮੇਰਾ ਆਪਣਾ ਤਜਰਬਾ, ਜਿਹਨੂੰ ਕਹਿ ਦਈਏ ਨਾ ਭੈਣ ਜੀ ਪਰਾਂ ਹੋ ਜਾਓ, ਐਨ ਮਨ ਧੋਤਾ ਜਾਂਦਾ ਹੈ। ਤੇ ਜਿਹਨੂੰ ਆਖਾਂਗੇ ਧੀਏ ਥੋੜਾ ਜਿਹਾ ਪਰਾਂ ਹੋ ਜਾਓ। ਭਾਈ ਗੁਰਦਾਸ ਕਹਿੰਦੇ, ਚਾਰੇ ਵੇਦ ਵਖਾਣ ਦਾ ਚਤਰ ਮੁਖੀ ਹੋਏ ਖਰਾ ਸਿਆਣਾ। ਲੋਕਾਂ ਨੂੰ ਸਮਝਾਏਂਦਾ ਦੇਖ ਸਰਸਤੀ ਰੂਪ ਲਵਾਣਾ। ਲੋਕਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਵਾਲਾ ਆਪਣੀ ਧੀ ਤੇ ਡੋਲਿਆ ਬ੍ਰਹਮਾ। ਜੇ ਸਬੂਤ ਨਾ ਹੋਣ ਤੇ ਮੇਰੇ ਤੇ ਉਹ ਪਤਾ ਨਹੀਂ 275 ਤੇ ਕਿਹੜਾ ਇਹ ਥਾਣੇ ਰੱਬ ਮਾੜਾ ਜਿਹਾ ਲੱਗਾ ਸੀ ਮੇਰੇ ਤੇ ਵੀ, ਉਹ ਦਫਾ ਲੱਗ ਸਕਦੀ ਹੈ। ਪਰ ਮੈਂ ਇਸ ਬੇਸ ਦੇ ਕਹੀਏ, ਗ੍ਰੰਥਾਂ ਲਿਖਿਆ ਆਪਣੀ ਧੀ ਤੇ ਡੋਲ ਗਿਆ। ਇਹ ਤਾਂ ਸਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ, ਜਿਹਨੇ ਸਾਨੂੰ ਕਸ਼ਹਿਰਾ ਪਵਾ ਕੇ ਆਖਿਆ। ਇਹਨੂੰ ਕਹਿੰਦੇ ਬ੍ਰੇਕਾਂ ਵਾਲਾ ਕਸ਼ਹਿਰਾ। ਸਿੱਖਾ, ਬ੍ਰੇਕਾਂ ਵਾਲਾ ਕਸ਼ਹਿਰਾ ਪੈ ਗਿਆ ਤੇਰੇ ਲੱਤਾਂ 'ਚ, ਬ੍ਰੇਕਾਂ ਵਾਲਾ ਕਸ਼ਹਿਰਾ। ਤੂੰ ਸ਼ਹਿਰ ਵਿੱਚ ਵਿਚਰਦਾ, ਲਾਲ ਬੱਤੀ ਆਪਾਂ ਖਲੋ ਜਾਣੇ, ਨਾ ਖਲੋਵਾਂਗੇ ਐਕਸੀਡੈਂਟ ਹੋ ਜਾਏਗਾ। ਪੀਲੀ ਬੱਤੀ ਕਹਿੰਦੀ ਵੀ ਗੁਰਮੁਖਾ ਹੁਣੇ ਲਾਲ ਬੱਤੀ ਹੋਣ ਵਾਲੀ, ਤੇ ਸਾਵਧਾਨ ਹੋ ਜਾ, ਬ੍ਰੇਕਾਂ ਤੇ ਪੈਰ ਰੱਖ। ਹਰੀ ਕਹਿੰਦੀ ਤੂੰ ਜਾ ਸਕਦਾ। ਇਸੇ ਪ੍ਰਕਾਰ ਪਰਾਇਆ ਸਰੀਰ ਸਾਡੇ ਵਾਸਤੇ ਲਾਲ ਬੱਤੀ ਹੈ, ਲਾਲ ਬੱਤੀ, ਬ੍ਰੇਕਾਂ ਵਾਲਾ ਕਸ਼ਹਿਰਾ। ਆਮ ਵੇਖੀ ਦਾ ਜਿਹੜੇ ਥੋੜੇ ਜਿਹੇ ਸੌਖੇ ਨੇ ਨਾ, ਕੜੇ ਤਾਂ ਬਹੁਤੇ ਪਾਏ ਨੇ, ਪਰ ਲੋਹੇ ਦਾ ਲਾਹ ਦੇਣ ਦੇ ਅਲਰਜੀ ਹੁੰਦੀ। ਸੋਨੇ ਦਾ ਪਾਉਂਦੇ ਨੇ ਵਿਖਾਉਣ ਲਈ, ਚੇਚੀ ਬਾਹਵੇਂ ਭਾਵੇਂ ਬਾਂਹ ਨੰਗੀ ਕਰਕੇ। ਇਹਦਾ ਭਾਵ ਵੀ ਗੁਰੂ ਗੋਬਿੰਦ ਸਿੰਘ ਗਰੀਬ ਸੀ, ਅਸੀਂ ਅਮੀਰ ਹੋ ਗਏ, ਅਸੀਂ ਲੋਹੇ ਦੇ ਕੜੇ ਨੂੰ ਤਲਾਂਜਲੀ ਦੇ ਦਿੱਤੀ। ਗੁਰਮੁਖੋ ਜਮ ਜਮ ਪਾਓ ਲੋਹੜੇ, ਸੋਨੇ ਦੇ ਕੜੇ 20 ਤੋਲਿਆਂ ਦੇ ਪਾਓ, ਕੋਈ ਪਾਪ ਨਹੀਂ, ਗੁਰੂ ਤੁਹਾਨੂੰ ਹੋਰ ਮੋਟੇ ਬਖਸ਼ੇ। ਪਰ ਇਹ ਗੱਲ ਯਾਦ ਰੱਖਿਆ ਜੇ, ਕਲਗੀਧਰ ਬਾਪੂ ਨੂੰ ਕਿਸੇ ਨੇ ਸੋਨੇ ਦੇ ਕੜੇ ਪੇਸ਼ ਕੀਤੇ, ਬਾਲ ਅਵਸਥਾ ਦੀ, ਕਿਤੇ ਜਾ ਕੇ ਪਟਨਾ ਸਾਹਿਬ ਸਾਖੀ ਸੁਣਿਆ ਜੇ। ਸਾਡਾ ਬਾਪੂ ਗਿਆ, ਕੜਾ ਸੁੱਟ ਦਿੱਤਾ। ਮਾਤਾ ਜੀ ਕਹਿਣ ਲੱਗੇ, ਲਾਲ ਜੀ ਜਿਹੜੇ ਤਾਂ ਕੜੇ ਵਾਲੇ ਘਰ ਵੀ ਨਹੀਂ ਗਏ, ਤੁਸੀਂ ਗਵਾ ਵੀ ਆਏ ਹੋ, ਕਿੱਥੇ ਕੁ ਸੁੱਟਿਆ ਭਲਾ? ਸਾਡੇ ਬਾਪੂ ਨੇ ਅੰਮਾਂ ਦੀ ਉਂਗਲ ਫੜੀ ਤੇ ਕਹਿੰਦੇ, ਮਾਂ ਜੀ ਮੈਨੂੰ ਪਤਾ, ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਦੱਸਾਂਗਾ।
माता गुजरी जी गए, दूजा भी कड़ा लाया ते वगा के सुट के आख्या, कहने लगा मां जी उत्थे एक डिग्गा सी। ते माता ने चुम के आख्या, पता जे पुत्र जे पता हुंदा भी तू ये भी सुट देना ते मैं काहनूं होना सी। कहंदे मां मैं गरीबां नूं चुकण वास्ते आया, जिनकी जात वर्ण कुल माही, सरदारी ना भई कदाही, तिन्ही को सरदार बनाऊं, तबे गोबिंद सिंह नाम कहाऊं। जिन्हां दे खानदान विच सरदारियां नहीं ना, उन्होंने सरदार बनावांगा तां कहना भी कोई गुरु गोबिंद सिंह है। ये बरेकां दा कशहरा कहंदा है, सुध जब ते हम लई बचन गुर दय हमारे, पूत यही प्रण तोए प्राण जब लग खड़ तारे, निज नारी के साथ नेहू तुम नित बढ़इयो, पर नारी की सेज भूल सुपने हो ना जइयो। भुल के भी ये सोची ना, कड़ा पवाया सोने का, माफ करना लोहे का। सज्जे हत्थ आपां कड़ा पाउने ते कड़ा बाहर नंगा करके रखते हाँ। इहदा भाव है सिखा, ये हत्थ तेरे नहीं, हत्थ गुरु गोबिंद सिंह सच्चे पातशाह दे। इन्हां हत्थां नाल चोरी ते यारी ना करी। आपां कड़ा भी मोटा पाया ते माल मत्ता चुकी जाने, किसी दा मिल जाए ते ना। ये हत्थ वाला कड़ा भी बरेकां है, पराए तान ते पराए धन तू गरेज कर, जिन्हों आपां आम पिंड बोली च कहने चोरी ते यारी। चोरी धन दी, यारी तन दी। गुरु साडे ते मेहर करे, रहमत करे। बेनती है, ये मेरे वाहिगुरू ठाकर दा अर्थ हुंदा पैदा करना, पालना करना ते लैता करन वाला। एक मैं सादी जी बेनती करा, साडे ते की अनमती सवाल कर, तुसीं कहंदे भी असीं रब नूं मनदे ते सानूं कहंदे पत्थरां दी पूजा ना कर, ठाकरां ने तुसीं ठाकर दी पूजा करदे। बाणी तुसीं अरदास करदे, तूं ठाकर तुम पै अरदास, ते उत्थे ठाकर मिठा ते ठाड़ा तुहानूं कौड़ा लगदा। ਉਹਦਾ जवाब गुरमुख ਇਹ ਜੇ, जिथे ठट्ठे नूं कन्ना कक्का ते रारा ठाकर होवे, ਇਹਦਾ अर्थ ना पत्थर दी मूर्ति। ध्यान दिया जे किते गल करनी पै ते, ठट्ठे नूं कन्ना कक्का ते रारा, ਇਹਦਾ अर्थ हुंदा पत्थर दी मूर्ति। लेकिन गुरबाणी विच ਇਹ शब्द सैकड़े वेर आया, ये ठट्ठे नूं कन्ना कक्के दे थले औंकड़ ते रारा। जे औंकड़ ना होवे ते फिर पत्थर दी मूर्ति बनेगा। इस करके औंकड़ वाला ठाकर दा भाव है, ये पैदा करन वाले, लैता करन वाले, पालना करन वाले वाहिगुरू तू साडे लागे है, अंग संग है। इस करके मैं तेनू बेनती करदा हाँ, हर चरण शरण मोहे चेरो, मैनू अपने चरनां विच थां दे, ते मैनू अपना चेला बना ला, मैनू अपना सेवक बना ला। रहाऊ विश्राम दे करके दया करते ने। ये आपां नूं पंक्ति भी कहती, सिखा अपने मन में सोच भी तू अजे परमात्मा का चेला बनया कि नहीं बनया। जे बन गया तो धन्नवाद कर, जे नहीं बनया तो अरदास कर। बेसुमार बेअंत सुआमी, जेड़ा माल कहना गुरमुखो ओदियां रहमतां दी गिनती नहीं हो सकती। कुरान मैं पढ़िया बड़े ध्यान नाल 2 वेरा, मेरे घर हुण भी मैंने बड़े सत्कार नाल रखिया कुरान नूं। कुरान दे विच परमात्मा दा 100 नाम है। आ मुसलमान भरा तुहानूं किते मिलण जिहड़े वीर वो तस्बीह फेरदे ने, 100 मणके हुंदे ने कुल टोटल। इसे प्रकार जिहड़े पुराने साडे हिंदू भरा ने सनातन मत वाले, उन्हां दी माला दे मणके 108 ने। ਉਹਦਾ अर्थ हुंदा है 4 नक्षत्रां दे जिहड़े अखर ने कुल, उन्हां दी गिणती बनदी है 108। भाव जिहड़ा माला फेरेगा ना, ਉਹਦੇ ਤੇ ਨਛੱਤਰਾਂ ਦਾ ਪ੍ਰਭਾਵ ਨਹੀਂ। ਇਹ ਮੈਂ ਉਹਨਾਂ ਦੀ ਬੇਨਤੀ ਕੀਤੀ ਹੈ। पंक्ति आई है, बेशुमार बेअंत, शुमार तो भाव गिणती तो रहत। कईयां नूं दसम पातशाह की बाणी नाल बड़ी एलर्जी है,
ਉਹਨਾਂ ਨੂੰ ਅਦਬ ਨਾਲ ਬੇਨਤੀ ਹੈ, ਗੁਰਮੁਖੋ, ਕੱਲੇ ਜਾਪ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਨੇ ਪ੍ਰਮਾਤਮਾ ਦੇ 735 ਨਾਵਾਂ ਦਾ ਜ਼ਿਕਰ ਕੀਤਾ ਜੇ। ਆ ਜਾਪ ਸਾਹਿਬ ਪੜ੍ਹਦੇ ਆ ਨਾ, ਕਿਤੇ ਆਨੰਦ ਨਾਲ ਪੜ੍ਹ ਕੇ ਵੇਖਿਆ ਜੀ, ਮੈਨੂੰ ਤਾਂ ਪਤਾ ਨਹੀਂ, ਮੈਨੂੰ ਤਾਂ ਨਸ਼ਾ ਆ ਜਾਂਦਾ ਕਿਉਂ ਪੜ੍ਹਦਾ ਨਾ, ਇਹੋ ਜਿਹਾ ਨਸ਼ਾ ਆਉਂਦਾ ਵੀ ਲੈਂਦਾ ਨਹੀਂਗਾ, ਇੰਨਾ ਆਨੰਦ ਆਉਂਦਾ ਜਾਪ ਸਾਹਿਬ ਦੀ ਬਾਣੀ ਪੜ੍ਹਦੇ ਆ। ਬਾਣੀ ਨੂੰ ਵਿਚਾਰਿਆ ਕਰੋ। ਤੇ ਤੁਸੀਂ ਕਹਿਣਾ, ਕਈਆਂ ਨੇ ਕਹਿਣਾ ਵੀ ਅੱਜ ਗਿਆਨੀ ਡਿੱਕੇ ਆਏ, ਨਸ਼ੇ ਦੀ ਗੱਲ ਕਰਦਾ। ਮੈਂ ਦੁਨਿਆਵੀ ਨਸ਼ੇ ਦੀ ਗੱਲ ਨਹੀਂ ਕਰਦਾ, ਮੈਂ ਉਸ ਨਸ਼ੇ ਦੀ ਗੱਲ ਕਰਦਾ, ਨਾਮ ਖੁਮਾਰੀ ਨਾਨਕ ਪੋਸਤ ਭੰਗ ਅਫੀਮ ਮਦ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ। ਜਦੋਂ ਮੈਂ ਕਈ ਵਾਰ ਤੁਰਿਆ ਜਾਂਦਿਆਂ ਆਪਣੇ ਮਨ 'ਚ ਪੰਕਤੀਆਂ ਦੀ ਵਿਚਾਰ ਕਰਦਾ, ਅਨਾਮੇ ਠਾਮੇ, ਕਿਉਂਕਿ ਬਾਣੀ ਗੁਰੂ ਦੀ ਕਿਰਪਾ ਨਾਲ ਆਪਾਂ ਪੜ੍ਹਦੇ ਨਿਤਨੇਮ ਕਰਦੇ ਹਾਂ ਤੇ ਪੰਕਤੀਆਂ ਕੰਠ ਨੇ, ਐਨ ਵੱਜਦਾ ਆ ਜਾਂਦਾ, ਅਨਾਮੇ ਠਾਮੇ ਨਾਮਾਂ ਤੋਂ ਰਹਿਤ, ਹਰ ਥਾਂ ਤੇ ਵਿਆਪਕ ਹੈ। ਇਸ ਕਰਕੇ ਬੇਸ਼ੁਮਾਰ ਤੋਂ ਭਾਵ ਗਿਣਤੀ ਤੋਂ ਰਹਿਤ, ਤੇਰੀ ਗਿਣਤੀ ਨਹੀਂ ਹੋ ਸਕਦੀ। ਬੇਅੰਤ ਆਪ ਆਮ ਪੜ੍ਹਦੇ ਲਿਮਟਿਡ, ਲਿਮਟਿਡ ਦਾ ਭਾਵ ਹੁੰਦਾ ਹੱਦ ਵਾਲੀ ਚੀਜ਼ ਆ। ਬੈਂਕਾਂ ਆਪਾਂ ਪੜ੍ਹਦੇ, ਬੈਂਕਾਂ ਤੇ ਲਿਖਿਆ ਤਾਂ ਲਿਮਟਿਡ, ਤੂੰ ਇਹ ਲਿਮਟਿਡ ਹੈ। ਬਿਆਨ ਦਾ ਭਾਵ ਇਨ ਲਿਮਟਿਡ, ਲਿਮਟੀ ਤੋਂ ਬਾਹਰ, ਗਿਣਤੀ ਤੋਂ ਰਹਿਤ, ਸੁਆਮੀ ਮਾਲਕ ਊਚੋ ਗੁਣੀ ਗਹਿਰੋ, ਤੂੰ ਉੱਚਾ ਹੈ ਤੇ ਗੁਣਾਂ ਦਾ ਸਮੁੰਦਰ ਹੈ, ਗੁਣਾਂ ਦਾ ਸਾਗਰ ਹੈ। ਕਾਟ ਸਿਲਕ ਕੀਨੋ ਆਪਨੋ ਦਾਸਰੂ, ਜਿਨ੍ਹਾਂ ਨੇ ਗੁਰਮੁਖੋ ਅਰਦਾਸਾਂ ਬੇਨਤੀਆਂ ਕੀਤੀਆਂ, ਉਸ ਵਾਹਿਗੁਰੂ ਨੇ ਉਹਨਾਂ ਦੇ ਜਿਹੜੀ ਫਾਸੀ ਸੀ ਨਾ ਜਮਾਂ ਦੀ, ਉਹ ਕੱਢ ਦਿੱਤੀ। ਸਿਲਕ ਦਾ ਅਰਥ ਹੁੰਦਾ ਫਾਸੀ, ਕਾੜ ਸਿਲਕ ਕੀਨੋ ਆਪ ਨੂੰ ਦਾਸ ਰੋ, ਜਿਹੜੀ ਇਹ ਜਮਾਂ ਦੀ ਫਾਸੀ ਸੀ ਨਾ, ਉਹਨਾਂ ਦੇ ਗਲੇ ਚੋਂ ਕੱਟ ਕੇ ਆਪਣੇ ਦਾਸ ਬਣਾ ਲਿਆ। ਤਉ ਨਾਨਕ ਕਹਾ ਨਿਹੋਰ, ਫਿਰ ਗੁਰਮੁਖੋ ਕਾਹਦੇ ਲਾਮੇ, ਜਿਹੜਾ ਉਹਦਾ ਬਣ ਗਿਆ ਨਾ, ਉਹਨੂੰ ਕਿਸੇ ਪ੍ਰਕਾਰ ਦਾ ਕੋਈ ਅਲਾਮਾ ਨਹੀਂ। ਜਦੋਂ ਅਸੀਂ ਬਾਬੇ ਨਾਨਕ ਦੀ ਗੱਲ ਕਰਾਂਗੇ, ਭਾਈ ਮਰਦਾਨੇ ਦੀ ਕਰਨੀ ਪਏਗੀ, ਕਿਉਂਕਿ ਮਰਦਾਨਾ ਗੁਰੂ ਕਾ ਬਣ ਗਿਆ। ਗੁਰੂ ਸਾਡੇ ਤੇ ਕਿਤੇ ਮਿਹਰ ਕਰੇ, ਅਸੀਂ ਗੁਰੂ ਦੇ ਬਣ ਜਾਈਏ, ਪਰਮੇਸ਼ਰ ਦੇ ਬਣ ਜਾਈਏ। ਇਹ ਉਸ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਸਾਨੂੰ ਬਾਜਾਂ ਵਾਲਾ ਵਾਰ-ਵਾਰ ਵਾਹਿਗੁਰੂ ਨਾਲ ਜੋੜਦਾ, ਪਰ ਅਸੀਂ ਆਪ ਜੁੜਨ ਦਾ ਉਪਰਾਲਾ ਨਹੀਂ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਦਾ ਬਣ, ਤੇਰੇ ਚੋਂ ਖੋਟ ਨਿਕਲ ਗਈ ਤੇ ਗੁਰਮੁਖਾ ਤੇਰੀ ਜੇਤੀ ਜਿੱਤ। ਉਹਨਾਂ ਚਿਰ ਰਹੇਗਾ ਜਿੰਨਾ ਚਿਰ ਖਾਲਸਾ ਨਹੀਂ ਬਣਿਆ, ਜਿੰਨਾ ਚਿਰ ਖੋਟ ਨਹੀਂ ਗਈ। ਗੁਰੂ ਸਾਡੇ ਤੇ ਮਿਹਰ ਕਰੇ। ਜਦੋਂ ਤੋਂ ਸੰਸਾਰ ਬਣਿਆ ਉਦੋਂ ਤੋਂ ਈਰਖਾ ਚੱਲਦੀ ਹੈ। ਬਾਬੇ ਕਬੀਰ ਦਾ ਨਾਮ ਜਪਣ ਕਰਕੇ ਸਤਿਕਾਰ ਹੈ, ਤੇ ਜਿਹੜੇ ਉਸ ਮੌਕੇ ਕਾਂਸ਼ੀ ਦੇ ਕੁਝ ਧਾਰਮਿਕ ਠੇਕੇਦਾਰ ਸਨ, ਉਹ ਬਾਬੇ ਕਬੀਰ ਕੋਲ ਇਕੱਠੇ ਹੋ ਕੇ ਆਏ ਤੇ ਆਣ ਕੇ ਕਹਿੰਦੇ, ਵੱਡਾ ਫੱਫੇ ਕੁੱਟਣਾ ਹੀ ਬਾਬਾ, ਵੱਡਾ ਫੱਫੇ ਕੁੱਟਣਾ। ਇਹ ਬਾਬੇ ਕਬੀਰ ਨੂੰ ਕਹਿੰਦੇ। ਜਿਹੜੀਆਂ ਗੱਲਾਂ ਉਹਨਾਂ ਧਰਮ ਦੇ ਠੇਕੇਦਾਰਾਂ ਨੇ ਕਹੀਆਂ ਤੇ ਬਾਬਾ ਕਬੀਰ ਜੀ ਨੇ ਜੋ ਜਵਾਬ ਦਿੱਤਾ, ਉਹ ਅੱਜ ਦੀ ਇਸ ਲੜੀਵਾਰ ਸੰਥਾ ਵਿੱਚ, ਜਿਵੇਂ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਸਰਵਣ ਕਰੀਏ ਜੀ। ਗੋਂਡ ਕੂਟਨ ਸੋਏ ਜੋ ਮਨ ਕੋ ਕੂਟੈ, ਕਹਿੰਦੇ ਅਸਲੀ ਭਾਈ ਕੁੱਟਣਾ ਉਹ ਹੈ ਜਿਹੜਾ ਆਪਣੇ ਮਨ ਨੂੰ ਕੁੱਟਣਾ। ਅਸਲੀ ਮੋਮੋ ਠੱਗਣਾ ਉਹ ਹੈ ਜਿਹੜਾ ਆਪਣੇ ਮਨ ਨੂੰ ਮਾਰਨਾ ਕਰੇ। ਆਪਾਂ ਤਾਂ ਦੂਜਿਆਂ ਨੂੰ ਘੇਰੀ ਫਿਰਦੇ ਆ। ਕੂਟਨ ਸੋਏ ਜੋ ਮਨ ਕੋ ਕੂਟੇ, ਅਸਲੀ ਕੁੱਟਣਾ ਕਿਹੜਾ? ਜਿਹੜਾ ਮਨ ਨੂੰ ਕੁੱਟਣਾ। ਤੇ ਮਨ ਨੂੰ ਕੁੱਟਣ ਦਾ ਇੱਕੋ ਇੱਕ ਤਰੀਕਾ ਵੀ ਆਪਾਂ ਮਨ ਗੁਰੂ ਨੂੰ ਦੇ ਦਈਏ। ਸਾਥੋਂ ਆਪਣੇ ਆਪ ਕਾਬੂ ਨਹੀਂ ਜਾਉਣਾ। ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਅਸਲੀ ਗੁਰਮੁਖੋ ਜਿਹੜਾ ਆਪਾਂ ਗੁਰਦੁਆਰੇ ਆਉਣੇ ਆ ਨਾ, ਸਾਡੇ ਆਉਣ ਦਾ ਇੱਕੋ ਇੱਕ ਪ੍ਰਯੋਜਨ ਹੈ ਵੀ ਕਿਤੇ ਗੁਰੂ ਸਾਡਾ ਮਨ ਫੜ ਲੈ। ਅਸੀਂ ਆਪੋ ਆਪਣੀ ਭਾਵਨਾ ਦੇ ਮੁਤਾਬਕ, ਕਿਸੇ ਨੇ 10 ਗੋਲਕ ਵਿੱਚ ਪਾ ਦਿੱਤੇ, ਕਿਸੇ 100 ਪਾਤਾ, ਕਿਸੇ ਨੇ 50, ਕਿਸੇ ਰਮਾਲਾ ਭੇਟ ਕਰਦਾ, ਜਿਵੇਂ ਜਿਵੇਂ ਕਿਸੇ ਦੀ ਮਨ ਦੀ ਭਾਵਨਾ ਹੈ। ਪਰ ਅਸਲੀ ਗੱਲ ਗੁਰਮੁਖੋ ਇਹ ਸੀ ਵੀ ਅਸੀਂ ਮਨ ਗੁਰੂ ਨੂੰ ਦੇਣਾ ਸੀ। ਮਨ ਆਪਾਂ ਫਿਰ ਚੁੱਕ ਲੈਂਦੇ ਆ। ਆਪਾਂ ਗੁਰਦੁਆਰੇ ਆਉਣੇ ਵੀ ਕਿਤੇ ਮਨ ਤੇ ਗੁਰੂ ਕਬਜ਼ਾ ਕਰ ਲੈ
ਤੇ ਆਪਾਂ ਨੂੰ ਪਤਾ ਕਿਵੇਂ ਚੱਲੇਗਾ ਮਨ ਤੇ ਕਬਜ਼ਾ ਕੀਤਾ ਕਿ ਨਹੀਂ ਕੀਤਾ? ਜਦੋਂ ਸਾਡੀ ਮਰਜ਼ੀ ਹਟ ਕੇ ਗੁਰੂ ਦੀ ਮਰਜ਼ੀ ਚੱਲਣ ਲੱਗੇ, ਸਮਝੋ ਸਾਡੇ ਮਨ ਤੇ ਗੁਰੂ ਨੇ ਕਬਜ਼ਾ ਕਰ ਲਿਆ। ਅਸੀਂ ਕਹਿੰਦੇ ਮੇਰਾ ਮਨ ਆਹ ਕਹਿੰਦਾ ਤੇ ਗੁਰਬਾਣੀ ਆਹ ਕਹਿੰਦੀ ਹੈ। ਜਦੋਂ ਆਪਣੀ ਮਰਜ਼ੀ ਪਾਸੇ ਹੋ ਗਈ ਨਾ ਤੇ ਗੁਰੂ ਦੀ ਮਰਜ਼ੀ ਚੱਲੀ, ਉਹਦਾ ਭਾਵ ਹੈ ਕਿ ਉਸ ਮਨ ਦੇ ਉੱਪਰ ਗੁਰੂ ਪਰਮੇਸ਼ਰ ਦਾ ਕਬਜ਼ਾ ਹੋ ਗਿਆ। ਮੇਰੇ ਪਾਤਸ਼ਾਹ ਕਹਿੰਦੇ ਆਪਣੇ ਆਪ ਨੂੰ ਕਿਉਂ ਕੁੱਟਦਾ, ਆਪਣੇ ਆਪ ਨੂੰ ਕਿਉਂ ਪਰੇਸ਼ਾਨ ਕਰਦਾ? ਅਸਲੀ ਕਿਹੜਾ ਹੈ? ਜਿਹੜਾ ਮਨ ਨੂੰ ਕੁੱਟਣਾ ਇਹੋ ਹੀ ਹੈ। ਮਨ ਕੂਟੈ ਤਉ ਜਮ ਤੇ ਛੂਟੈ। ਜੇ ਕਿਤੇ ਇਹ ਮਨੁੱਖ ਆਪਣੇ ਮਨ ਨੂੰ ਕੁੱਟ ਲੈ, ਜਮਾਂ ਤੋਂ ਛੁੱਟ ਜਾਏਗਾ। ਕੁੱਟ ਕੁੱਟ ਮਨ ਕਸਵੱਟੀ ਲਾਵੈ। ਜਿਹੜੇ ਸੁਨਿਆਰੇ ਵੀਰ ਨੇ ਉਹਨਾਂ ਭਰਾਵਾਂ ਦੇ ਕੋਲ ਇੱਕ ਕਸਵੱਟੀ ਸੁਣੀਦੀ ਹੈ। ਉਹ ਸੋਨੇ ਨੂੰ ਲਾ ਕਰਕੇ ਪਰਖ ਕਰਦੇ ਵੀ ਇਹ ਸੋਨਾ ਤੇ ਜਾਂ ਕੋਈ ਹੋਰ ਧਾਤੂ ਹੈ। ਇਸ ਪ੍ਰਕਾਰ ਗੁਰਮਤਿ ਦੀ ਕਸਵੱਟੀ ਦੇ ਉੱਪਰ ਇਸ ਮਨ ਨੂੰ ਲਾ ਕੇ ਵੇਖੇ। ਸੋ ਕੂਟਨ ਮੁਕਤ ਬਹੁ ਪਾਵੈ। ਕਹਿੰਦੇ ਜਿਹਨੇ ਇਸ ਪ੍ਰਕਾਰ ਕੁੱਟਿਆ ਨਾ, ਫਿਰ ਉਹ ਗੁਰਮੁਖੋਂ ਮੁਕਤ ਹੋ ਗਿਆ। ਮੁਕਤ ਦਾ ਭਾਵ ਹੁੰਦਾ ਪਕੜ ਰਹਿਤ। ਜਿਹੜਾ ਅਸਲੀ ਅਰਥ ਜਿਹੜਾ ਨਾ, ਉਹ ਆਪਾਂ ਇਹ ਸਮਝਦੇ ਵੀ ਮਰਨ ਤੋਂ ਬਾਅਦ ਮੁਕਤੀ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਮੁਗੇ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਇ ਲਾ। ਮਰਿਆਂ ਤੋਂ ਬਾਅਦ ਮੁਕਤੀ ਕਿਹਨੇ ਵੇਖੀ? ਸਾਡੇ ਇਤਿਹਾਸ ਵਿੱਚ ਘਟਨਾ ਦਰਜ ਹੈ। ਇੱਕ ਦੁਰਗਾ ਬ੍ਰਾਹਮਣ ਜਿਹੜਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਬੜਾ ਅਨੰਨ ਸ਼ਰਧਾਲੂ ਸੀ, ਜਦੋਂ ਗੁਰਤਾ ਗੱਦੀ ਨਹੀਂ ਸੰਭਲੀ ਉਹਦੇ ਤੋਂ ਪਹਿਲਾਂ ਦਾ ਵਾਕਫ ਸੀ ਤੇ ਕਹਿੰਦਾ ਸੀ ਮਹਾਰਾਜ ਦੇ ਚਰਨਾਂ 'ਚ ਉਹਨੇ ਪਦਮ ਵੇਖਿਆ ਤੇ ਕਹਿਣ ਲੱਗਾ ਵੀ ਮਹਾਰਾਜ ਕੁਝ ਮੈਨੂੰ ਗਿਫਟ ਦਿਓ, ਕੋਈ ਤੋਹਫਾ ਦਿਓ, ਤੁਹਾਡੇ ਸਿਰ ਤੇ ਚੌਰ ਝੁਲਣਾ। ਤੇ ਬਾਬਾ ਅਮਰਦਾਸ ਕਹਿਣ ਲੱਗੇ ਝੋਲੀ ਕਰ। ਕਹਿਣ ਲੱਗਾ ਜੀ ਮੈਂ ਕਾਹਲਾ ਨਹੀਂ ਵੀ ਸਾਮੀ ਆਵੇ ਤੇ ਦਬਾ ਦਬ ਜੇਬ 'ਚ ਪਾਵਾਂ। ਇਹ ਗੱਲ ਯਾਦ ਰੱਖਿਆ ਜੇ, ਭੁੱਲਿਆ ਜੇ ਨਾ, ਮੈਂ ਕਿਤੇ ਮੰਗਾਂਗਾ ਤੇ ਮੈਨੂੰ ਮੋੜਿਆ ਜੇ ਨਾ। ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਵਾਂ ਦੀ ਕਲਿਆਣ ਕਰਨ ਵਾਸਤੇ ਵੱਖ-ਵੱਖ ਤੀਰਥਾਂ ਤੇ ਗਏ, ਹਰਿਦੁਆਰ ਗਏ, ਤੇ ਦੁਰਗਾ ਬ੍ਰਾਹਮਣ ਨਗੋਰੀ ਫੜੀ ਹੈ, ਨਿਗਾਹ ਵਿਚਾਰੇ ਦੀ ਘਟ ਗਈ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ 'ਚ ਸਿਰ ਰੱਖ ਕੇ ਕਹਿਣ ਲੱਗਾ ਜੀ ਮੈਨੂੰ ਪਛਾਣਿਆ ਜੇ? ਤੇ ਹਜ਼ੂਰ ਹੱਸ ਕੇ ਕਹਿਣ ਲੱਗੇ ਜੇ ਦੁਰਗਿਆ ਇੱਥੇ ਨਾ ਪਛਾਣਿਆ ਤੇ ਅੱਗੇ ਕਿਵੇਂ ਪਛਾਣਾਂਗੇ, ਦੱਸ ਕੀ ਚਾਹੀਦਾ? ਤੇ ਨਾਲ ਹੱਸ ਕੇ ਪਿਆਰ ਨਾਲ ਕਹਿਣ ਲੱਗੇ ਦੁਰਗਿਆ ਮੈਨੂੰ ਪਤਾ ਤੂੰ ਮੰਗਣਾ ਤਾਂ ਹੈ, ਤੇ ਨਾ ਵਾਅਦਾ ਕੀਤਾ ਸੀ, ਪਰ ਤੂੰ ਇਹ ਦੱਸ ਤੈਨੂੰ ਮੁਕਤੀ ਚਾਹੀਦੀ ਜਾਂ ਪੈਸੇ ਚਾਹੀਦੇ ਨੇ? ਇੱਕ ਲੈ ਲਾ। ਹੈ ਸੀ ਉਹ ਜੁਗਤੀ ਵਾਲਾ। ਕਹਿੰਦਾ ਮਹਾਰਾਜ ਜੇ ਮੁਕਤੀ ਮੰਗ ਲਈ ਤੇ ਪੋਤਿਆਂ ਨੇ ਕਹਿਣਾ ਵੀ ਗੁਰੂ ਨੇ ਟਾਲ ਦਿੱਤਾ ਐਵੇਂ ਹੀ ਗੱਲਾਂ ਬਾਤਾਂ 'ਚ ਹੀ, ਤੇ ਜੇ ਪੈਸੇ ਦਿੱਤੇ ਤੇ ਕੰਢੇ ਤੇ ਲੱਗਾ ਤੇ ਪੈਸੇ ਪੋਤਿਆਂ ਨੇ ਸਾਂਭ ਲੈਣੇ ਨੇ, ਮੁਕਤੀ ਫੇਰ ਨਾ ਮਿਲੀ ਤੇ ਤੇਰੇ ਕੋਲ ਆਉਣ ਦਾ ਕੀ ਫਾਇਦਾ? ਜੇ ਤਰੁੱਠਾ ਤੇ ਮੁਕਤੀ ਵੀ ਦੇ ਤੇ ਮਾਇਆ ਵੀ ਦੇ। ਮੁਕਤੀ ਵੀ ਦੇ ਤੇ ਮਾਇਆ ਵੀ ਦੇ। ਸੋ ਕੂਟਨ ਮੁਕਤ ਬਹੁ ਪਾਵੇ। ਭਾਵ ਜੋ ਪਦਾਰਥਾਂ ਦੀ ਪਕੜ ਤੋਂ ਪਰਾਂ ਹੈ ਨਾ, ਉਹ ਮੁਕਤ ਹੈ ਭਾਈ। ਉਹ ਮੁਕਤੋਂ ਭਾਵ ਛੁੱਟਣਾ। ਕੂਟਨ ਕਿਸੈ ਕਹੋ ਸੰਸਾਰ। ਕਹਿੰਦੇ ਭਾਈ ਸੰਸਾਰ ਨੂੰ ਕਹੋ ਵੀ ਐਵੇਂ ਆਪਣੇ ਆਪ ਨੂੰ ਪਰੇਸ਼ਾਨ ਕਰੀ ਜਾਂਦੇ, ਕੋਈ ਧੂਣੀਆਂ ਧਾਈ ਜਾਂਦਾ, ਕੋਈ ਪੁੱਠਾ ਲਮਕੀ ਜਾਂਦਾ, ਇਤਿਆਦਿਕ ਕਈ ਤਰ੍ਹਾਂ ਦੇ ਕਰਮ ਕਰਦੇ ਹਨ। ਸਗਲ ਬੋਲਨ ਕੇ ਮਾਹੇ ਵਿਚਾਰ। ਸਾਰਿਆਂ ਬੋਲਾਂ ਦੇ ਵਿੱਚ ਜਿਹੜਾ ਅਸਲੀ ਵਿਚਾਰ ਹੈ ਉਹ ਕੀ ਹੈ? ਰਹਾਉ ਬਸ ਰਾਮ ਦੇ ਕਰਕੇ ਕਿਰਪਾ ਕਰਦੇ ਹਨ। ਨਾਚਨ ਸੋਏ ਜੋ ਮਨ ਸਿਉ ਨਾਚੈ। ਕਹਿੰਦੇ ਅਸਲੀ ਭਾਈ ਨੱਚਣਾ ਉਹ ਹੈ ਜਿਹੜਾ ਮਨ ਨੂੰ ਨਚਾਉਣਾ। ਨਾਚ ਰੇ ਮਨ, ਗੁਰਬਾਣੀ ਦੀਆਂ ਪੰਕਤੀਆਂ ਜੀ, ਨਾਚ ਰੇ ਮਨ ਗੁਰ ਕੇ ਆਗੇ। ਇਹ ਮੇਰੇ ਮਨਾ ਗੁਰੂ ਦੇ ਅੱਗੇ ਪਿੱਛੇ ਫਿਰ, ਇਹ ਅਸਲੀ ਨੱਚਣਾ ਹੈ। ਝੂਠ ਨ ਪਤੀਐ ਪਰਚੈ ਸਾਚੈ। ਜੇ ਤੂੰ ਆਖੇ ਨਾ ਵੀ ਝੂਠਾਂ ਨਾਲ ਪ੍ਰਮਾਤਮਾ ਨੂੰ ਪਰਤਾ ਲਾਂਗਾ ਤੇ ਪ੍ਰਮਾਤਮਾ ਨੇ ਤੇਰੀਆਂ ਝੂਠੀਆਂ ਗੱਲਾਂ 'ਚ ਕਾਬੂ ਨਹੀਂ ਹੋਣਾ। ਉਹ ਤਾਂ ਭਾਈ ਸੱਚ ਵਿੱਚ ਹੀ ਪਤੀਜੇਗਾ। ਇਸ ਮਨ ਆਗੇ ਪੂਰੈ ਤਾਲ। ਤਾਲ ਤੋਂ ਭਾਵ ਹੁੰਦਾ ਜਿਵੇਂ ਆਪਾਂ ਕਹਿੰਦੇ ਆ ਵੀ ਸੁਰ ਨਾਲ ਕੋਈ ਵੀ ਕੰਮ ਕਰਨਾ। ਜੇ ਰਾਗੀ ਸਿੰਘ ਨੇ ਸਾਡੇ ਵੀਰ
ਉਹ ਸਾਜ਼ ਵਜਾਉਂਦੇ ਤੇ ਮਨ ਜੁੜ ਜਾਂਦਾ, ਤੇ ਜੇ ਅਸੀਂ ਫੜ ਲਈਏ ਤੇ ਜਿਹੜਾ ਜਿਨ੍ਹਾਂ ਦਾ ਜੁੜਿਆ ਵੀ ਟੁੱਟ ਜਾਏਗਾ। ਤੇ ਕਹਿੰਦੇ ਭਾਈ ਤੁਹਾਨੂੰ ਤਾਲ ਨਹੀਂ ਆਉਂਦਾ। ਜਿਹੜਾ ਇਸ ਮਨ ਨੂੰ ਗੁਰੂ ਪਰਮੇਸ਼ਰ ਦੇ ਅੱਗੇ ਸਮਰਪਿਤ ਕਰਨਾ ਨਾ, ਇਹ ਭਾਈ ਤਾਲ ਹੈ। ਇਸ ਨਾਚਨ ਕੇ ਮਨ ਰਖਵਾਲ। ਜੇ ਤੂੰ ਇਸ ਢੰਗ ਦੇ ਨਾਲ ਨੱਚੇਗਾ ਨਾ ਤੇ ਤੇਰੇ ਮਨ ਦਾ ਰਾਖਾ ਉਹ ਬਣ ਜਾਵੇਗਾ। ਬਜ਼ਾਰੀ ਸੋ ਜੋ ਬਾਜ਼ਾਰ ਹੈ ਸੋਦਾ। ਬਜ਼ਾਰੀ ਦਾ ਅਰਥ ਹੁੰਦਾ ਹੈ ਮਸ਼ਕਰਾ, ਜਿਹਨੂੰ ਆਪਾਂ ਕਹਿੰਦੇ ਫਲਾਣਾ ਬੜਾ ਮਜ਼ਾਕੀਆ ਸੁਭਾਅ ਦਾ, ਉਹਦਾ ਅਰਥ ਹੁੰਦਾ ਗੁਰਬਾਣੀ ਦੇ ਮੁਤਾਬਕ ਬਜ਼ਾਰੀ। ਬਜ਼ਾਰੀ ਸੋ ਜੋ ਬਾਜ਼ਾਰੇ ਸੋਧੇ। ਅਸਲੀ ਮਸ਼ਕਰਾ ਉਹ ਹੈ ਜਿਹੜਾ ਮਸ਼ਕਰੀ ਨੂੰ ਸੋਧੇ। ਕਿਵੇਂ ਸੋਧੇ? ਇਹਦੇ ਇਤਿਹਾਸਕ ਨਿਰਣਾ ਵੀ ਮਸ਼ਕਰਾ ਮਸ਼ਕਰੀ ਨੂੰ ਕਿਵੇਂ ਸੋਧੇਗਾ। ਸਾਡੇ ਇਤਿਹਾਸ ਵਿੱਚ ਇਸ ਗੱਲ ਦਾ ਜਵਾਬ ਹੈ ਕਿ ਗੁਰੂ ਕੇ ਰਾਗੀ ਸਿੰਘ ਕੀਰਤਨ ਕਰ ਰਹੇ ਸਨ ਅਨੰਦਪੁਰ ਸਾਹਿਬ, ਤੇ ਬਾਬਾ ਸੁਥਰਾ ਜੀ ਆਏ, ਉਹਨਾਂ ਦੀਆਂ ਦੰਦੀਆਂ ਖਰਾਉਣ ਲੱਗ ਪਏ ਰਾਗੀ ਸਿੰਘਾਂ ਦੀਆਂ। ਸੰਗਤ ਨੇ ਵੀ ਬੁਰਾ ਮਨਾਇਆ, ਰਾਗੀਆਂ ਨੇ ਬੁਰਾ ਮਨਾਇਆ ਵੀ ਕਿੱਡਾ ਹੋਸ਼ਾ ਬੰਦਾ। ਤੇ ਕੀਰਤਨ ਦੀ ਸਮਾਪਤੀ ਹੋਈ ਤੇ ਉਹਨਾਂ ਆਖਿਆ ਪਾਤਸ਼ਾਹ ਵੀ ਥੋੜ੍ਹੀ ਬਹੁਤਾ ਉਹਨੂੰ ਸਮਝਾਓ, ਤੁਸੀਂ ਪ੍ਰੇਮ ਕਰਦੇ ਤੇ ਭੂਏ ਚੜ੍ਹੀ ਜਾਂਦਾ। ਅਸੀਂ ਗੁਰਬਾਣੀ ਦਾ ਕੀਰਤਨ ਕਰ ਸਾਡੀਆਂ ਦੰਦੀਆਂ ਖਰਾ ਗਿਆ ਜੇ ਆਸਾ ਦੀ ਵਾਰ ਦੇ ਕੀਰਤਨ ਦੇ ਸਮੇਂ। ਰਾਗੀਆਂ ਨੇ ਸ਼ਿਕਾਇਤ ਕੀਤੀ, ਜਿਹੜੇ ਸੁਣਨ ਵਾਲੇ ਸਰੋਤੇ ਸਨ ਉਹ ਵੀ ਰਾਗੀਆਂ ਦੇ ਨਾਲ ਸਹਿਮਤ, ਕਿਉਂਕਿ ਹੈ ਵੀ ਗੱਲ ਬੜੀ ਗਲਤ ਜੀ ਸੀ ਨਾ। ਬੁਲਾਇਆ, ਕਹਿੰਦੇ ਸੁਥਰਿਆ ਤੂੰ ਗੁਰੂ ਕਾ ਸਿੱਖ ਹੈ, ਹਰ ਗੁਰੂ ਕਾ ਸਿੱਖ ਗੁਰਬਾਣੀ ਦਾ ਆਦਰ ਕਰਦਾ ਹੈ, ਤੇ ਇਹ ਗੁਰੂ ਕੇ ਰਾਗੀ ਸਿੰਘ ਆਸਾ ਦੀ ਵਾਰ ਦਾ ਕੀਰਤਨ ਕਰ ਸਨ, ਤੂੰ ਅੱਜ ਇਹ ਘਟੀਆ ਕੰਮ ਕਿਉਂ ਕੀਤਾ, ਕਿਉਂ ਦੰਦੀਆਂ ਖਰਾਈਆਂ? ਕਹਿੰਦਾ ਜੀ ਮੈਂ ਨਹੀਂ ਦੰਦੀਆਂ ਖਰਾਈਆਂ, ਇਹ ਖਰਾਉਂਦੇ ਸਨ। ਕਹਿਣ ਲੱਗੇ ਜੀ ਵੇਖ ਲਓ ਫੇਰ ਨਾਲੇ ਚੋਰ ਤੇ ਨਾਲੇ ਚਤਰ। ਕਹਿਣ ਲੱਗਾ ਮਹਾਰਾਜ ਇਹ ਬਹੁਤੇ ਨੇ ਨਾਲੇ ਕੀਰਤਨ ਕਰਨ ਵਾਲੇ ਮਹਾਂਪੁਰਸ਼ ਨੇ, ਮੈਂ ਮੁਆਫੀ ਮੰਗਦਾ, ਪਰ ਇਹਨਾਂ ਨੂੰ ਪੁੱਛੋ ਕਿ ਜਦੋਂ ਮੈਂ ਇਹਨਾਂ ਕੋਲ ਆਇਆ ਉਦੋਂ ਗੁਰਬਾਣੀ ਦੀ ਕਿਹੜੀ ਪੌੜੀ ਪੜ੍ਹਦੇ ਸਨ? ਕੋਈ ਚੇਤਾ ਨਹੀਂ। ਇਹ ਮੈਂ ਤਕਰੀਬਨ ਗਾਏ ਬਗਾਏ ਆਪ ਨੂੰ ਬੇਨਤੀ ਕਰਦਾ ਰਹਿਣਾ। ਆਪਾਂ ਜਦੋਂ ਵੀ ਦਰਬਾਰ ਸਾਹਿਬ ਜਾਂਦੇ ਆ ਨਾ, ਤੇ ਕਹਿੰਦੇ ਫਲਾਣੇ ਦੀ ਪੱਗ ਦਾ ਪਿੱਛੋਂ ਪੱਲਾ ਢਿੱਲਾ ਸੀ, ਤੇਰਾ ਮਨ ਢਿੱਲਾ, ਉਹਦਾ ਪੱਗ ਦਾ ਪੱਲਾ ਹੀ ਢਿੱਲਾ ਹੈ। ਫਲਾਣੇ ਦੇ ਕੱਪੜੇ ਇਸ ਤਰ੍ਹਾਂ ਦੇ ਸਨ। ਦਰਬਾਰ ਸਾਹਿਬ ਆਉਂਦਿਆਂ ਸਾਨੂੰ ਕੇਵਲ ਤੇ ਕੇਵਲ ਸਾਡੀ ਸੁਰਤੀ ਜੋ ਰਾਗੀ ਸਿੰਘ ਕੀਰਤਨ ਕਰਦੇ ਉਹ ਸ਼ਬਦ ਨਾਲ ਜੁੜ ਜਾ ਵੀ ਰਾਗੀ ਸਿੰਘਾਂ ਨੇ ਕਿਹੜਾ ਕੀਰਤਨ ਪੜ੍ਹਿਆ। ਜੇ ਕਿਤੇ ਮਨ ਕਰਕੇ ਨਾਲ ਪੜ੍ਹ ਲਓ ਤੇ ਮੇਰਾ ਵਿਸ਼ਵਾਸ ਹੈ ਇੱਕ ਸ਼ਬਦ ਨਾਲ ਹੀ ਸਾਡਾ ਜਨਮ ਤੇ ਮਰਨ ਕੱਟਿਆ ਜਾਏ। ਆਪਾਂ ਤਾਂ ਕਿਸੇ ਦੇ ਕੱਪੜੇ ਵੇਖ ਲਏ, ਕਿਸੇ ਦਾ ਲਿਬਾਸ ਵੇਖ ਲਿਆ, ਕਿਸੇ ਦੀ ਇੱਕ ਸ਼ਬਦ ਨਾਲ ਹੀ ਸਾਡਾ ਜਨਮ ਤੇ ਮਰਨ ਕੱਟਿਆ ਜਾਏ। ਆਪਾਂ ਤਾਂ ਕਿਸੇ ਦੇ ਕੱਪੜੇ ਵੇਖ ਲਏ, ਕਿਸੇ ਦਾ ਲਿਬਾਸ ਵੇਖ ਲਿਆ, ਕਿਸੇ ਦੀ ਨਿੰਦਿਆ ਕਰ ਲਈ। ਇਹ ਕੰਮ ਨਾ ਕਰਿਆ ਕਰੋ। ਸਾਨੂੰ ਕੇਵਲ ਤੇ ਕੇਵਲ ਗੁਰੂ ਕਾ ਸ਼ਬਦ ਦੱਸਿਆ। ਜੋ ਹੁਕਮਨਾਮਾ ਕਿਹੜਾ ਆਇਆ, ਰਾਗੀ ਸਿੰਘ ਕਿਹੜਾ ਸ਼ਬਦ ਪੜ੍ਹਦੇ ਸਨ। ਜਦੋਂ ਇਹ ਗੱਲ ਬਣ ਗਈ ਨਾ ਤੇ ਫਿਰ ਗੁਰਮੁਖੋ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਹਨਾਂ ਨੇ ਆਪਣੇ ਆਪ ਨੂੰ ਸੋਧ ਲਿਆ। ਉਹ ਮਜ਼ਾਕੀਏ ਨਹੀਂ, ਉਹ ਅਸਲੀ ਮਜ਼ਾਕੀਏ ਮਸ਼ਕਰੇ ਜਾਣਨਾ ਕਰੋ। ਪਾਂਚ ਪਲੀਤ ਹੈ ਕਉ ਪ੍ਰਬੋਧ। ਪ੍ਰਬੋਧੇ ਤੋਂ ਭਾਵ ਹੁੰਦਾ ਸਿੱਖਿਆ ਦੇਣਾ। ਪਲੀਤੇ ਦੇ ਦੋ ਅਰਥ ਨੇ। ਇੱਕ ਪਲੀਤ ਦਾ ਅਰਥ ਹੁੰਦਾ ਹੈ ਅਪਵਿੱਤਰ। ਮੈਂ ਇਸ਼ਨਾਨ ਨਹੀਂ ਕੀਤਾ, ਮੈਂ ਰਾਤ ਸਾਂਝਾ ਗੁਰਮੁਖੋ ਜਾਗਦਾ ਰਿਹਾ ਤੇ ਤੁਸੀਂ ਅੰਦਰ ਚੱਲੇ ਜੋ, ਤੇ ਮੈਂ ਸਮਝਦਾ ਵੀ ਮੈਂ ਸੁੱਚਾ ਹੋ ਕੇ ਅੰਦਰ ਜਾਵਾਂ। ਮੈਂ ਸਰੀਰ ਦੀ ਕਿਰਿਆ ਵੀ ਕੀਤੀ। ਪਲੀਤ ਅਪਵਿੱਤਰ। ਇੱਕ ਪਲੀਤਾ ਆ ਜਿਹੜੇ ਆਪਾਂ ਵੇਖਦੇ ਦਿਵਾਲੀ ਦੇ ਮੌਕੇ ਤੇ ਪਟਾਕੇ ਦੇ ਪਲੀਤੇ ਨੂੰ ਅੱਗ ਲਾਈ ਤੇ ਮੱਚ ਗਿਆ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਇਹਦੇ ਦੋਵੇਂ ਆਪਾਂ ਅਰਥ ਕਰਾਂਗੇ। ਜਿਹੜੇ ਤੇਰੇ ਪੰਜ ਗਿਆਨ ਇੰਦਰੇ ਨੇ ਨਾ, ਉਹਨਾਂ ਨੂੰ ਸ਼ਬਦ ਦਾ ਜਿਹੜੀ ਡੱਬੀ ਨਾਲ ਲਾ ਤਾਂ ਕਿ ਇਹਨਾਂ ਚੋਂ ਲਾਈਟ ਨਿਕਲੇ। ਇੱਕ ਤੇ ਦੂਜਾ, ਜਿਹੜੀਆਂ ਤੇਰੀਆਂ ਅੱਖਾਂ ਨੇ ਨਾ, ਪ੍ਰਬੋਧੇ ਤੋਂ ਭਾਵ ਹੁੰਦਾ ਸਿੱਖਿਆ ਦੇਣਾ। ਪਹਿਲਾਂ ਮਨ ਪ੍ਰਬੋਧੇ ਆਪਣਾ, ਬਾਣੀ ਕਹਿੰਦੀ ਪਹਿਲਾਂ ਮਨ ਪ੍ਰਬੋਧੇ ਆਪਣਾ
ਪਾਛੇ ਅਵਰ ਜਾਵੇ। ਇਹ ਸਾਡੇ ਵਾਸਤੇ, ਖਾਸ ਕਰਕੇ ਸਾਡੇ ਗਿਆਨੀਆਂ ਤੇ ਕਥਾ ਵਾਰਕਾਂ ਦੇ ਰਾਗੀਆਂ ਵਾਸਤੇ ਹੈ ਵੀ ਲੋਕਾਂ ਨੂੰ ਬੜਾ ਭਾਸ਼ਣ ਕਰਦਾ, ਪਹਿਲਾਂ ਆਪਣੇ ਅੰਦਰ ਝਾਤੀ ਮਾਰ ਵੀ ਤੂੰ ਇਹੋ ਜਿਹਾ ਬਣਿਆ। ਪਹਿਲਾਂ ਮਨ ਪ੍ਰਬੋਧੇ ਆਪਣਾ, ਪਾਛੇ ਅਵਰ ਜਾਵੇ। ਪਹਿਲਾਂ ਆਪਣੇ ਮਨ ਨੂੰ ਸਮਝਾ ਤੇ ਦੂਜਿਆਂ ਨਾਲ ਗੱਲਾਂ ਫੇਰ ਕਰੀ। ਇਸੇ ਪ੍ਰਕਾਰ ਪਾਚ ਪਲੀਤੇ ਜਿਹੜੇ ਨੇ, ਇਹਨਾਂ ਪੰਜਾਂ ਨੂੰ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਕਿ ਅੱਖਾਂ ਦੇ ਨਾਲ ਵੇਖ ਵੀ ਇਹ ਮੇਰੀ ਭੈਣ ਵਰਗੀ ਹੈ। ਕੰਨਾਂ ਨਾਲ ਮਾੜਾ ਸੁਣਨਾ, ਇਹ ਸਰਵਣੋ ਮੇਰ ਹੋ ਸੱਚ ਸੁਣਨੇ ਨੋ ਪਠਾਏ। ਸਰੀਰ ਲਾਏ ਸੁਣੋ ਸਤ ਬਾਣੀ, ਸਰੀਰ ਲਾਏ ਤੋਂ ਭਾਵ ਇਕਾਗਰ ਤੇ ਧੋ ਕੇ ਸਤਿਗੁਰੂ ਬਾਣੀ ਨੂੰ ਸੁਣ। ਅੱਖਾਂ ਨਾਲ ਮਾੜਾ ਤੱਕਣਾ ਤੂੰ ਬਚ, ਕੰਨਾਂ ਨਾਲ ਮਾੜਾ ਵੇਖਣ ਤੋਂ ਪਰਹੇਜ਼ ਕਰ, ਅੱਖਾਂ ਤੋਂ। ਜ਼ਬਾਨ ਨਾਲ ਬੁਰਾ ਬੋਲ ਨਾ, ਅਪਵਿੱਤਰ ਨਾ ਹੋ ਜਾਏ। ਤੇ ਕੰਨਾਂ ਨਾਲ ਮਾੜਾ ਸੁਣਨਾ। ਤੇ ਪੰਜਵਾਂ ਗਿਆਨ ਇੰਦਰਾ, ਚਮੜੀ ਦਾ ਰਸ, ਇਹਦੇ ਤੋਂ ਪਰਹੇਜ਼ ਕਰ ਬਚ। ਇਸ ਕਰਕੇ ਜਿਹੜੇ ਇਹ ਪੰਜ ਅਪਵਿੱਤਰ ਹੋ ਚੁੱਕੇ ਨਾ ਤੇਰੇ ਗਿਆਨ ਇੰਦਰੇ, ਇਹਨਾਂ ਨੂੰ ਕੰਟਰੋਲ ਕਰਨਾ ਕਰ, ਸਮਝਾਉਣਾ ਕਰ। ਨੌ ਨਾਇਕ ਕੀ ਭਗਤ ਪਛਾਨੈ। ਨਾਇਕ ਦਾ ਭਾਵ ਦਾ ਸਟਿਮੂਲੇਟਰ, ਉਤਸ਼ਾਹਤ ਕਰਨ ਵਾਲਾ। ਤੁਮ ਦਾਤੇ ਠਾਕਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਨਾਇਕ ਤੋਂ ਭਾਵ ਜਿਹਨੂੰ ਆਪ ਅੰਗਰੇਜ਼ੀ ਵਿੱਚ ਗਾਈਡ ਕਰਦੇ ਨੇ। ਦਰਬਾਰ ਸਾਹਿਬ ਗਾਈਡ ਨੇ, ਬਾਹਰੋਂ ਬੰਦੇ ਪ੍ਰਦੇਸੀ ਆਉਂਦੇ, ਉਹ ਦੱਸਦੇ ਵੀ ਆਹ ਬਾਬਾ ਦੀਪ ਸਿੰਘ ਦੀ ਜਗ੍ਹਾ ਹੈ, ਅਕਾਲ ਤਖਤ ਸਾਹਿਬ ਹੈ, ਆ ਬਾਬਾ ਬੁੱਢਾ ਸਾਹਿਬ ਦੀ ਬੇਰੀ, ਉਹਨੂੰ ਕਹਿੰਦੇ ਨੇ ਨਾਇਕ। ਜਿਹੜੇ ਇਹ ਨੌ ਨੇ ਨਾ, ਇਹਨਾਂ ਨੂੰ ਗਾਈਡ ਦੇ, ਗਾਈਡੈਂਸ ਦੇ। ਕਿਹੜੀ? ਭਗਤ ਪਛਾਨੇ, ਭੈ ਵਾਲੀ ਗਤੀ ਨੂੰ ਪਛਾਨਣਾ। ਜਿਹੜਾ ਭਗਤ ਹੈ ਨਾ, ਇਹਦਾ ਅਰਥ ਜੋ ਮੈਂ ਸਮਝਿਆ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਪਰ ਜੋ ਮੈਂ ਮਹਿਸੂਸ ਕੀਤਾ ਸਮਝਿਆ ਉਹ ਇਹ ਹੈ, ਭਗਤ ਦਾ ਭਾਵ ਹੁੰਦਾ ਭੈ ਵਾਲੀ ਗਤੀ 'ਚ ਰਹਿਣਾ। ਜਿਹਨੂੰ ਕਹਿੰਦੇ ਨੇ ਉਹ ਰੱਬ ਦਾ ਖੌਫ ਕਰ। ਇਹ ਸਾਡੀ ਪੇਂਡੂ ਬੋਲੀ ਹੈ, ਰੱਬ ਦਾ ਖੌਫ ਕਰ, ਇਹ ਅਨਰਥ ਨਾ ਕਰ। ਜਿਹੜਾ ਰੱਬ ਦਾ ਖੌਫ ਕਰਦਾ ਉਹਨੂੰ ਕਹਿੰਦੇ ਨੇ ਭਗਤ। ਤੇ ਜਿਹੜੇ ਇਹੋ ਜਿਹੇ ਨੇ ਨਾ, ਉਹਨਾਂ ਨੇ 9 ਇੰਦਰੀਆਂ ਨੂੰ ਦੇ ਨਾਇਕ ਬਣ ਕੇ ਇਹਨਾਂ ਨੂੰ ਕੰਟਰੋਲ ਕੀਤਾ। ਜਿਹੜੀਆਂ 9 ਗੋਲਕਾਂ ਪ੍ਰਤੱਖ ਬਾਹਰ ਹਨ। ਸੋਭਾ ਜਾਰੀ ਹਮ ਗੁਰ ਮਾਨੇ। ਕਹਿੰਦੇ ਭਾਈ ਅਸਲੀ ਮਸ਼ਕਰਾ ਉਹ ਹੈ ਜਿਹਨੇ ਮੈਂ ਨੂੰ ਪਾਸੇ ਕਰਕੇ ਉਸ ਪ੍ਰਕਾਸ਼ ਸਰੂਪ ਪਰਮਾਤਮਾ ਨੂੰ ਮੰਨ ਲਿਆ। ਤਸਕਰ ਸੋਏ ਜੇ ਤਾਤ ਨਾ ਕਰੈ। ਇਹ ਤਾਂ ਅਸੀਂ ਕਰੀ ਜਾਣੇ। ਕਹਿੰਦੇ ਅਸਲੀ ਚੋਰ ਉਹ ਹੈ, ਤਾਤ ਕਹਿੰਦੇ ਨੇ ਈਰਖਾ ਨੂੰ। ਤੁਸੀਂ ਮੈਨੂੰ ਚੋਰ ਆਖਿਆ ਨਾ, ਬਾਬਾ ਕਬੀਰ ਜੀ ਨੂੰ ਕਹਿੰਦੇ ਨੇ ਚੋਰ ਹੈ, ਇਹ ਮੋਮੋ ਠਗਣਾ, ਇਹ ਮਸ਼ਕਰਾ। ਜਿਹੜੀਆਂ ਉਹਨਾਂ ਤੁਹਮਤਾਂ ਲਾਈਆਂ ਬਾਬਾ ਕਬੀਰ ਨੇ ਉਹਨਾਂ ਨੂੰ ਜਵਾਬ ਦਿੱਤਾ। ਜਿਹੜੇ ਉਹ ਠੇਕੇਦਾਰ ਅਰਖਾਲੂ ਲੋਕ ਆਏ ਸਨ, ਬਾਬਾ ਕਬੀਰ ਜੀ ਕਹਿੰਦੇ ਤਸਕਰ ਸੋਏ ਜੇ ਤਾਤ ਨਾ ਕਰੇ। ਅਸਲੀ ਚੋਰ ਉਹ ਹੈ ਜਿਹੜਾ ਈਰਖਾ ਨਹੀਂ ਕਰਦਾ। ਇੱਥੇ ਅੰਤਰੀ ਭਾਵ ਨੇ, ਇਹਦਾ ਉੱਪਰਲਾ ਹੱਥ ਨਹੀਂ ਰਹਿਣਾ। ਇੰਦਰੀ ਕੈ ਜਤਨ ਨਾਮ ਉਚਰੈ। ਇਸ ਕਰਕੇ ਗੁਰਮੁਖੋ ਯਤਨ ਕਰਕੇ ਇੰਦਰੀਆਂ ਤੇ ਕੰਟਰੋਲ ਕਰਕੇ ਤੇ ਨਾਮ ਨੂੰ ਲਈ ਚੱਲੇ। ਸਾਨੂੰ ਆਮ ਕਰਕੇ ਜਦੋਂ ਵੀ ਅਸੀਂ ਕਥਾ ਕਰਦੇ ਬਾਹਰ ਅੰਦਰ ਜਾਂਦੇ ਹਾਂ ਨਾ, ਤੇ ਸਾਨੂੰ ਆਮ ਵੀਰ ਭਰਾ ਭੈਣਾਂ ਵੱਡੇ ਛੋਟੇ ਕਹਿੰਦੇ ਗਿਆਨੀ ਜੀ ਬਾਣੀ ਬੜੀ ਪੜੀ ਦੀ, ਮਨ ਨਹੀਂ ਜੁੜਦਾ। ਇਹ ਗੁਰਮੁਖੋ ਮੇ ਪੜਦੇ ਬੜੇ, ਜੁੜਦਾ ਕਿਸੇ ਦਾ ਵੀ ਨਹੀਂ। ਜੇ ਤੁਸੀਂ ਕਹਿੰਦੇ ਵੀ ਗਿਆਨੀ ਦਾ ਜੁੜਿਆ ਹੋਵੇ ਤੇ ਜੁੜਿਆ ਗਿਆਨੀ ਦਾ ਵੀ ਨਹੀਂ। ਕਿਉਂਕਿ ਕਾਰਨ ਇਹ ਵੀ ਜਨਮਾਂ ਜਨਮਾਤਰਾਂ ਦਾ ਸਾਨੂੰ ਪੁਰਾਣਾ ਰੋਗ ਹੈ। ਤੇ ਯਾਦ ਕਰਿਆ ਜੇ, ਜਿਹੜਾ ਟੀਵੀ ਹੈ ਨਾ, ਟੀਵੀ ਇਹਦੀਆਂ 3 ਸਟੇਜਾਂ ਹੁੰਦੀਆਂ ਨੇ। ਜਿਹਨੂੰ ਨਵੀਂ ਪਹਿਲੀ ਅਵਸਥਾ ਵੀ ਉਹਨੂੰ ਕਹਿੰਦੇ 3 ਮਹੀਨੇ ਦੀ ਦਵਾਈ ਦਿੰਦੇ, 3 ਮਹੀਨੇ ਦੀ। ਦੂਜੇ ਨੂੰ ਦਿੰਦੇ ਨੇ 6 ਮਹੀਨੇ ਦੀ। ਜਿਹਦੀ ਪੁਰਾਣੀ ਟੀਵੀ ਉਹਨੂੰ 9 ਮਹੀਨੇ ਦਵਾਈ ਦਿੰਦੇ ਨੇ। ਜਿਹੜਾ ਆਪਾਂ ਕਹਿੰਦੇ ਮਨ ਨਹੀਂ ਲੱਗਦਾ, ਬਾਣੀ ਕਹਿੰਦੀ ਜਨਮ ਜਨਮ ਕਿਸ ਮਨ ਕੋ ਮਨ ਲਾਗੀ, ਕਾਲਾ ਵਾ ਸਿਆਓ। ਤੇ ਗੁਰਮੁਖਾ ਕਈ ਜਨਮਾਂ ਦਾ ਪ੍ਰਭਾਵ ਹੈ। ਰੱਸਾ ਖਿੱਚਦੇ ਨੇ ਪਹਿਲਵਾਨ, ਤੇ ਜਿਹੜੇ ਪਾਸੇ ਤਗੜੇ ਹੁੰਦੇ ਨੇ ਧੂ ਕੇ ਮਾੜਿਆਂ ਨੂੰ ਲੈ ਜਾਂਦੇ ਨੇ। ਇਸ ਕਰਕੇ ਇਹ ਨਹੀਂ ਵੀ ਜੇ ਮਨ ਨਹੀਂ ਲੱਗਦਾ ਤੇ ਆਪਾਂ ਕਹੀਏ ਵੀ ਬਾਣੀ ਛੱਡ ਜੀਏ। ਆਪਾਂ ਜੇ ਦਵਾਈ ਛੱਡੀ ਤੇ ਠੀਕ ਕਿਵੇਂ ਹੋਵਾਂਗੇ? ਮਨ ਰੋਗੀ ਜੋ ਹੋਇਆ। ਮਨ ਲੱਗੇ ਜਾਂ ਨਾ ਲੱਗੇ, ਪਰ ਗੁਰਮੁਖੋ ਪੜ੍ਹੀ ਚਲੋ ਉਚਰੋ ਰਾਮ ਨਾਮ ਲੱਖ ਵਾਰੀ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਰੱਬ ਦਾ ਨਾਂ ਲੱਖ ਵੇਰਾ ਰਹਿਣਾ ਕਰੋ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਇੰਦਰੀ ਕੇ ਯਤਨ ਨਾਮ ਉਚਰੇ
ਯਤਨ ਦੇ ਨਾਲ, ਜ਼ੋਰ ਦੇ ਨਾਲ, ਇਹਨਾਂ ਇੰਦਰੀਆਂ ਦੇ ਦੁਆਰਾ ਪ੍ਰਮਾਤਮਾ ਦੇ ਨਾਮ ਨੂੰ ਲੈਣਾ ਕਰ। ਕਹੋ ਕਬੀਰ ਹਮ ਐਸੇ ਲਖਨ। ਬਾਬਾ ਕਬੀਰ ਜੀ ਕਹਿੰਦੇ ਗੁਰਮੁਖੋ ਆ ਮੇਰਾ ਸੁਭਾਅ, ਇਹ ਮੇਰੇ ਸੰਸਕਾਰ ਹਨ। ਧੰਨ ਗੁਰਦੇਵ ਅਤ ਰੂਪ ਵਿਚਖਨ। ਜਿਹੜਾ ਉਹ ਸੁੰਦਰ ਨੇਤਰਾਂ ਵਾਲਾ ਪ੍ਰਮਾਤਮਾ, ਉਹ ਧਨਤਾ ਦੇ ਯੋਗ ਪ੍ਰਕਾਸ਼ ਰੂਪ ਹੈ। ਇਹ ਮੇਰੇ ਤੇ ਗੁਰੂ ਨੇ ਕਿਰਪਾ ਕੀਤੀ ਤੇ ਮੇਰੀ ਅਵਸਥਾ ਬਣੀ। ਗੁਰਮੁਖੋ ਤੁਹਾਡਾ ਵੀ ਪ੍ਰਮਾਤਮਾ ਭਲਾ ਕਰੇ। ਇਹ ਬਾਬਾ ਕਬੀਰ ਜੀ ਨੇ ਆਪਣੇ ਵਿਰੋਧੀਆਂ ਨੂੰ ਕਿਹਾ, ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ ਕਿ ਸਾਡੀ ਇਹ ਅਵਸਥਾ ਬਣੇ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ, ਗੁਰੂ ਕੇ ਸੰਗਤਾਂ ਦਾ ਕੁਟਾਨ ਕੁਟਾਨ ਧੰਨਵਾਦ। ਭੁੱਲਾਂ ਚੁੱਕਾਂ ਦੀ ਮੁਆਫੀ ਜੀ। ਕਹੋ ਕਬੀਰ ਹਮ ਐਸੇ ਲਖਨ। ਧੰਨ ਗੁਰਦੇਵ ਅਤ ਰੂਪ ਵਿਚਖਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।